ਇਹ ਸਾਡੇ ਮਹਾਂਪੁਰਖ ਹੈ ਜਿਹੜੇ 31,000 ਜਮ੍ਹਾਂ ਕਰਾ ਕੇ ਗਾਹਾਂ 6,000 ਤੇ ਠੇਕੇ 'ਤੇ ਪਾਠ ਦੇ ਕੇ 25,000 ਵਿੱਚੋਂ ਡੁੱਕ ਲਿਆ। ਇਹ ਮਹਾਂਪੁਰਖਾਂ ਦਾ ਕੰਮ ਹੈ ਇਹ ਦੱਸੋ ਤੁਸੀਂ, ਮਹਾਂਪੁਰਖਾਂ ਦਾ ਕੰਮ ਹੈ ਇਹ? ਜਿਹੜਾ ਪਾਠ ਵੀ ਨਹੀਂ ਕਰਦਾ ਪੈਸੇ ਲੈ ਲੇ, ਬਿਨਾਂ ਪਾਠ ਕਰੇ ਤੋਂ ਹੀ ਪੈਸੇ ਲੈ ਲਏ। ਸੋਚੋ ਤੁਸੀਂ, ਉਹ ਔਰ ਕਰਨ ਵਾਲਿਆਂ ਨੂੰ ਕਿਤੇ ਵੱਧ, ਉਹ ਤਾਂ 6,000 ਸਾਰੇ 5 ਗ੍ਰੰਥੀਆਂ ਨੂੰ ਦਿੱਤਾ ਹੈ। 5 ਗ੍ਰੰਥੀ ਉਹ ਇਕੱਲੇ ਨੇ ਵਿੱਚੋਂ 25,000 ਕਮਰੇ 'ਚ ਬੈਠੇ ਨੇ ਡੁੱਕ ਲਿਆ ਵਿੱਚੋਂ ਹੀ। ਇਸ ਕਰਕੇ ਇਹਨਾਂ ਗੱਲਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਪੁਜਾਰੀ, ਉਹ ਪੁਜਾਰੀ ਹੈ ਬਹੁਤ ਵੱਡਾ, ਜਿਹਨੂੰ ਤੁਸੀਂ ਮਹਾਂਪੁਰਖ ਕਹਿੰਦੇ ਹੋ ਪੁਜਾਰੀ ਹੈ। ਪੂਜਾ ਭੇਟਾ ਦੇ ਨਾਂ ਦੇ ਉੱਤੇ ਕੀ ਕੁਛ ਕਰ ਰਿਹਾ ਬੈਠਾ ਅੰਦਰ। ਇਸ ਕਰਕੇ ਅਸੀਂ ਸੁਚੇਤ ਹੋਣਾ ਹੈ। ਹਾਂਜੀ, ਗੱਲ ਚੱਲੀ ਸੀ ਹੁਣ ਵਿਗੜੇ ਪੁਜਾਰੀਆਂ ਨੇ ਜੋ ਸਾਡੇ ਸਤਿਕਾਰਯੋਗ ਅਸਥਾਨ ਨੇ ਤਖਤ, ਉੱਥੇ ਵੀ ਇਹਨਾਂ ਨੇ ਕਰਮਕਾਂਡ ਫੈਲਾਤਾ। ਜਿਵੇਂ ਜਾਨਵਰ ਦੀ ਬਲੀ ਦੇਣ ਦਾ ਪਖੰਡ ਜਿਹੜਾ ਮੰਦਿਰ ਦੇ ਵਿੱਚ ਕਰਦਾ ਪੁਜਾਰੀ, ਚਲੋ ਕਰੀ ਜਾਵੇ, ਸਾਨੂੰ ਕੀ ਮਤਲਬ। ਕਹਿੰਦਾ ਨਾ ਮੁਰਗੀ ਦੀ ਬਲੀ ਦੇਤੀ, ਬੱਕਰੇ ਦੀ ਬਲੀ ਦੇਤੀ, ਝੋਟੇ ਦੀ ਬਲੀ ਦੇਤੀ। ਇਹ ਜਿਹੜਾ ਬਲੀ ਦੇਣ ਦਾ ਪਖੰਡ ਮੰਦਿਰ ਵਿੱਚ ਚੱਲਦਾ ਹੈ ਅਤੇ ਸਾਡਿਆਂ ਨੇ ਇਹ ਚਲਾ ਦਿੱਤਾ। ਹਜ਼ੂਰ ਸਾਹਿਬ ਅੱਜ ਨਿਸ਼ਾਨ ਸਾਹਿਬ ਦੇ ਕੋਲ ਦੁਸ਼ਹਿਰੇ ਨੂੰ ਬੱਕਰੇ ਦੀ ਬਲੀ ਦੇ ਕੇ ਸ਼ਾਸਤਰਾਂ ਨੂੰ ਬੱਕਰੇ ਦੇ ਖੂਨ ਦੇ ਯਾਨੀ ਕਿ ਕੀ ਕਹਾਂਗੇ ਟਿੱਕੇ ਲਾਏ ਜਾਂਦੇ ਹੈ। ਕਮਾਲ ਹੋ ਗਈ। ਮੰਦਿਰ ਅਤੇ ਤਖਤ ਵਿੱਚ ਕੀ ਫਰਕ ਰਹਿ ਗਿਆ? ਮੰਦਿਰ ਬਣਾਤਾ। ਅਤੇ ਬਾਣੀ 'ਚ ਕੀ ਲਿਖਿਆ? ਜੀ ਵਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਬਰ ਕਰ ਥਾਪੋ, ਕਾਕੋ ਕਹੋ ਕਸਾਈ। ਹੁਣ ਗੁਰਬਾਣੀ ਦੇ ਵਿੱਚ ਧਰਮ ਦੇ ਨਾਂ 'ਤੇ ਜਾਨਵਰਾਂ ਦੀਆਂ ਬਲੀਆਂ ਦੇਣ ਵਾਲੇ ਨੂੰ ਬਾਣੀ 'ਚ ਲਾਹਨਤਾਂ ਪਾਈਆਂ। ਅਤੇ ਗੁਰਬਾਣੀ ਦਾ ਬਚਨ ਸਾਰਿਆਂ ਵਾਸਤੇ ਸਾਂਝਾ ਹੁੰਦਾ ਨਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ। ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਨੈ। ਮਹਾਂਪੁਰਖ ਭਾਵੇਂ ਕਿਸੇ ਦੇ ਪ੍ਰਥਾਏ ਕੁਝ ਕਹਿੰਦੇ ਹੋਣ, ਪ੍ਰਥਾਏ ਆਪ ਦੀ ਸਮਝ ਕੇ ਕਿਸੇ ਦੇ ਬਾਬਤ ਕਹਿ ਲਓ, ਕਿਸੇ ਨੂੰ ਸੰਬੋਧਨ ਕਰਕੇ ਕਹਿ ਲਓ, ਪਰ ਉਹ ਸਤਪੁਰਸ਼ਾਂ ਦਾ ਬਚਨ ਹੁੰਦਾ ਸਾਰਿਆਂ ਵਾਸਤੇ ਸਾਂਝਾ। ਇਹ ਨਹੀਂ ਵੀ ਜਿਹਨੂੰ ਗੱਲ ਕਹੀ ਹੈ ਉਹਦੇ ਵਾਸਤੇ ਹੀ ਹੈ। ਮਹਾਂਪੁਰਖਾਂ ਦਾ ਬਚਨ ਸਾਰੀ ਦੁਨੀਆ ਵਾਸਤੇ ਸਾਂਝਾ ਹੁੰਦਾ ਹੈ, ਕਿਉਂਕਿ ਉਹਨਾਂ ਦਾ ਇੱਕ ਇੱਕ ਬਚਨ ਸੱਚ ਹੁੰਦਾ। ਸੱਚ ਯੂਨੀਵਰਸਲ ਹੁੰਦਾ, ਵਿਸ਼ਵ ਵਿਆਪੀ ਹੁੰਦਾ, ਸਰਵ ਸਾਂਝਾ ਹੁੰਦਾ, ਬ੍ਰਹਿਮੰਡੀ ਹੁੰਦਾ। ਇਸ ਕਰਕੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਉਹਨਾਂ ਦੀ ਸਿੱਖਿਆ ਸਾਰੇ ਜਹਾਨ ਵਾਸਤੇ ਸਾਂਝੀ ਹੁੰਦੀ ਹੈ। ਅਤੇ ਹੁਣ ਇਹ ਬਚਨ ਫਿਰ ਸਾਡੇ ਜਥੇਦਾਰਾਂ ਵਾਸਤੇ ਵੀ ਹੈਗਾ। ਕੀ ਲਿਖਿਆ? ਜੀ ਵਧੋ ਸੋ ਧਰਮ ਕਰ ਥਾਪੋ। ਜਿਹੜੇ ਤੁਸੀਂ ਧਰਮ ਦੇ ਨਾਂ 'ਤੇ ਜਾਨਵਰਾਂ ਦੀਆਂ ਬਲੀਆਂ ਦਿੰਦੇ ਹੋ, ਇਹਨੂੰ ਤੁਸੀਂ ਧਰਮ ਕਰਕੇ ਥਾਪਦੇ ਹੋ। ਅਧਰਮ ਕਹੋ ਕਤ ਭਾਈ, ਕਹਿੰਦੇ ਭਾਈ ਅਧਰਮ ਕਾਸ ਨੂੰ ਕਹੀਏ। ਆਪਸ ਕੋ ਮੁਨਬਰ ਕਰ ਥਾਪੋ, ਇਹ ਤੁਸੀਂ ਜਾਨਵਰਾਂ ਦੀਆਂ ਬਲੀਆਂ ਦੇਣ ਵਾਲੇ ਹੋ, ਆਪਣੇ ਆਪ ਨੂੰ ਧਰਮ ਦੇ ਮੁਖੀ ਕਰਕੇ ਥਾਪਦੇ ਹੋ। ਕਾਕੋ ਕਹੋ ਕਸਾਈ, ਕਸਾਈ ਕਿਹਨੂੰ ਕਿਹਾ ਜਾ ਸਕਦਾ? ਇਹ ਵਚਨ ਸਾਰਿਆਂ ਪੁੱਛੋ ਸਾਡੇ ਜਥੇਦਾਰਾਂ ਨੂੰ ਵੀ ਆਹ ਗੁਰਬਾਣੀ ਕਦੇ ਪੜ੍ਹੀ ਹੈ? ਇਹ ਗੁਰਬਾਣੀ ਦਾ ਬਚਨ ਹੈ ਨਾ। ਬਲੀਆਂ ਦੇਣ ਦੇ ਪਖੰਡ ਦਾ ਖੰਡਨ ਕੀਤਾ ਹੋਇਆ ਬਾਣੀ ਵਿੱਚ, ਅਤੇ ਉਹ ਪਖੰਡ ਯਾਨੀ ਕਿ ਤਖਤਾਂ ਦੇ ਉੱਤੇ ਵੀ ਚਲਾ ਦਿੱਤਾ। ਜਾਨਵਰਾਂ ਦੀਆਂ ਬਲੀਆਂ ਦੇਣ ਦਾ ਪਖੰਡ ਦੇਖੋ। ਫਿਰ ਮੰਦਿਰ ਦੇ ਵਿੱਚ ਪੁਜਾਰੀ ਮੂਰਤੀ ਅੱਗੇ ਥਾਲੀ ਘਕਾਉਂਦਾ, ਦੀਵੇ ਲਾ ਕੇ, ਕਹਿੰਦੇ ਆਰਤੀ ਕਰਦੇ ਹਾਂ, ਆਰਤੀ ਕਰਦੇ ਹਾਂ। ਜਿਸ ਨਕਲੀ ਆਰਤੀ ਦਾ ਖੰਡਨ ਜਗਨਨਾਥਪੁਰੀ ਦੇ ਮੰਦਿਰ ਵਿੱਚ ਜਾ ਕੇ ਗੁਰੂ ਨਾਨਕ ਬਾਬਾ ਜੀ ਨੇ ਕੀਤਾ। ਕੀ ਕਿਹਾ? ਪਹਿਲਾਂ ਤਾਂ ਇਹੀ ਕਿਹਾ ਗੁਰੂ ਬਾਬਾ ਜੀ ਨੇ ਵੀ ਉਹ ਪਰਮਾਤਮਾ ਬਣਾ ਕੇ ਫਿੱਟ ਨਹੀਂ ਕੀਤਾ ਜਾ ਸਕਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਕਹਿੰਦਾ ਸੀ ਨਾ ਜਿਹੜੀ ਪੱਥਰ ਦੀ ਮੂਰਤੀ ਬਣਾ ਕੇ ਫਿੱਟ ਕੀਤੀ ਸੀ ਵੀ ਜਗਨਨਾਥ ਹੈ। ਜਗਨਨਾਥ ਦਾ ਅਰਥ ਕੀ ਬਣ ਗਿਆ? ਜਗਤ ਦਾ ਨਾਥ, ਭਾਵ ਦੁਨੀਆ ਦਾ ਮਾਲਕ। ਗੁਰੂ ਬਾਬਾ ਜੀ ਕਹਿੰਦੇ ਮੰਦਿਰ ਦੇ ਪੁਜਾਰੀ ਨੂੰ, ਕਹਿੰਦੇ ਐਂ ਦੱਸ ਪਰਮਾਤਮਾ ਨੂੰ ਬਣਾ ਕੇ ਫਿੱਟ ਕੀਤਾ ਜਾ ਸਕਦਾ? ਤਾਂ ਨਿੰਦਾ ਹੈ ਪਰਮਾਤਮਾ ਦੀ, ਕਿਉਂਕਿ ਬਣਾਉਣ ਵਾਲਾ ਵੱਡਾ ਹੁੰਦਾ, ਬਣਾਈ ਚੀਜ਼ ਛੋਟੀ ਹੁੰਦੀ ਹੈ। ਇਹ ਤਾਂ ਤੂੰ ਨਿੰਦਾ ਕਰਦਾ ਭਗਵਾਨ ਦੀ, ਇਹ ਤਾਂ ਤੂੰ ਨਿੰਦਕ ਹੈ। ਦੱਸ ਪਰਮਾਤਮਾ ਨੂੰ ਬਣਾਇਆ ਜਾ ਸਕਦਾ? ਪਰਮਾਤਮਾ ਸਭ ਨੂੰ ਬਣਾਉਂਦਾ ਹੈ, ਪਰ ਪਰਮਾਤਮਾ ਨੂੰ ਤਾਂ ਕੋਈ ਨਹੀਂ ਬਣਾ ਸਕਦਾ। ਜਿਣ ਤੇਰੀ ਮਨ ਬਣਤ ਬਣਾਈ, ਊਠਤ ਬੈਠਤ ਸਦ ਤਿਸੇ ਧਿਆਈ। ਜਿਹਨੇ ਤੇਰੀ ਬਣਤ ਬਣਾਈ ਹੈ, ਉੱਠਦਾ ਬਹਿੰਦਾ ਉਹਨੂੰ ਧਿਆਨ ਵਿੱਚ ਰੱਖਿਆ ਕਰ, ਇਹੀ ਉਹਦੀ ਪੂਜਾ ਹੈ। ਉਸ ਪਰਮਾਤਮਾ ਨੂੰ ਬਣਾਉਣ ਦੀ ਕੋਸ਼ਿਸ਼ ਨਾ ਕਰ, ਜਿਹਨੇ ਤੈਨੂੰ ਬਣਾਇਆ ਉਹਨੂੰ ਧਿਆਨ ਵਿੱਚ ਰੱਖ। ਜਿਣ ਤੇਰੀ ਮਨ ਬਣਤ ਬਣਾਈ, ਊਠਤ ਬੈਠਤ ਸਦ ਤਿਸੇ ਧਿਆਈ। ਜਦੋਂ ਇੰਨਾ ਕਿਹਾ ਤੇ ਉਹ ਮੰਦਿਰ ਦਾ ਪੁਜਾਰੀ ਪਤਾ ਕੀ ਕਹਿੰਦਾ? ਕਹਿੰਦਾ ਗੱਲ ਤਾਂ ਬਾਬਾ ਤੇਰੀ ਸੱਚੀ ਹੈ, ਕਿ ਸੱਚੀ ਗੱਲ ਨੂੰ ਮੰਨਣਾ ਹੀ ਪੈਂਦਾ ਹੈ। ਗੱਲ ਬਾਬਾ ਤੇਰੀ ਸੱਚੀ ਹੈ। ਫਿਰ ਗੁਰੂ ਨਾਨਕ ਬਾਬਾ ਜੀ ਕਹਿੰਦੇ ਮੰਨ ਲਾ, ਛੱਡ ਦੇ ਪਖੰਡ। ਕਹਿੰਦਾ ਬਾਬਾ ਤੂੰ ਇਹ ਸੱਚਾ ਗਿਆਨ ਕਿਤੇ ਹੋਰ ਜਾ ਕੇ ਦੇ, ਉਹ ਗੱਲ ਤੇਰੀ ਠੀਕ ਹੈ, ਪਰ ਤੇਰਾ ਗਿਆਨ ਇਹ ਮੈਂ ਨਹੀਂ ਲੈ ਸਕਦਾ। ਉਹ ਕਹਿੰਦਾ ਮੈਨੂੰ ਪੱਥਰ ਦੇ ਭਗਵਾਨ ਦੀ ਕਮਾਈ ਬਹੁਤ ਹੈ ਬਾਬਾ, ਐਂ ਕਿਵੇਂ ਛੱਡ ਦਿਆਂ? ਬੋਲੋ ਸਤਨਾਮ। ਉਹ ਕਹਿੰਦਾ ਪੱਥਰ ਭਗਵਾਨ ਦੀ ਕਮਾਈ ਬਹੁਤ ਹੈ, ਗੱਲ ਤਾਂ ਤੇਰੀ ਠੀਕ ਹੈ। ਖੈਰ ਗੁਰੂ ਬਾਬਾ ਜੀ ਨੇ ਫਿਰ ਉਹਨੂੰ ਦੱਸਿਆ ਸੀ ਨਾ ਵੀ ਆਰਤੀ ਹੋ ਰਹੀ ਹੈ, ਜਿੱਡਾ ਵੱਡਾ ਮਾਲਕ ਓਡੀ ਵੱਡੀ ਉਹਦੀ ਵਿਰਾਟ ਆਰਤੀ ਹੋ ਰਹੀ ਹੈ। ਗਗਨ ਮੈ ਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ
ਜਨਕ ਮੋਤੀ। ਧੂਪ ਮਲ ਆਣ ਲੋ ਪਾਵਨ ਚਾਵਰੋ ਕਰੇ ਸਗਲ ਬਨਰਾਏ, ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਣਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਭਾਵ ਕਿ ਉਸ ਹੋ ਰਹੀ ਆਰਤੀ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਹੋ ਰਹੀ ਆਰਤੀ ਵਿੱਚ ਸ਼ਾਮਲ ਹੋਇਆ ਜਾ ਸਕਦਾ ਹੈ, ਪਰ ਪ੍ਰਮਾਤਮਾ ਦੀ ਆਰਤੀ ਕੋਈ ਕਰ ਨਹੀਂ ਸਕਦਾ। ਇਹ ਸਮਝਾਏ ਸੀ ਨਾ ਮੰਦਰ ਵਿੱਚ ਜਾ ਕੇ, ਤੇ ਮੰਦਰ ਵਾਲੇ ਨੇ ਤਾਂ ਕੀ ਸਮਝਣਾ, ਸਾਡਿਆਂ ਨੇ ਨਹੀਂ ਸਮਝਿਆ। ਚੱਲ ਮੰਦਰ ਵਾਲਾ ਨਹੀਂ ਸਮਝਿਆ, ਪਰ ਸਾਡੇ ਕਿਹੜਾ ਸਮਝ ਗਏ। ਜਿਹੜੀ ਥਾਲੀ 'ਚ ਦੀਵੇ ਲਾ ਕੇ ਮੂਰਤੀ ਅੱਗੇ ਘਕਾਉਂਦਾ ਸੀ ਮੰਦਰ ਦਾ ਪੁਜਾਰੀ, ਤੇ ਸਾਡੇ ਵਿਗੜੇ ਪੁਜਾਰੀਆਂ ਨੇ ਥਾਲੀਆਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਘਕਾਉਣੀਆਂ ਸ਼ੁਰੂ ਕਰਤੀਆਂ। ਉਹੀ ਸ਼ਬਦ ਉਹੀ ਪੜ੍ਹਦੇ ਖੰਡਣ ਦਾ, ਤੇ ਕੀ ਪੜ੍ਹਦੇ, ਗਗਨ ਮੈਂ ਥਾਲ ਰਵ ਚੰਦ। ਵੀ ਅਕਲ ਦੇ ਅੰਨਿਓ ਜੀਵਨਾ ਪੜ੍ਹੀ ਜਾਂਦੇ ਹੋ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤੇ ਥਾਲੀ ਘੁਮਾ ਕੇ ਸ਼ਬਦ ਦਾ ਖੰਡਨ ਕਰੀ ਜਾਂਦੇ ਹੋ। ਨਾਲ ਦੀ ਨਾਲ ਹੀ ਖੰਡਨ ਕੀਤਾ ਜਾ ਰਿਹਾ ਨਾ ਸ਼ਬਦ ਦਾ, ਥਾਲੀ ਘੁਮਾ ਕੇ। ਸ਼ਬਦ ਕਹਿ ਰਿਹਾ ਆਕਾਸ਼ਮਈ ਥਾਲ ਹੈ, ਸੂਰਜ ਚੰਦ ਦੀਵੇ ਹੈ, ਨਾਲੇ ਥਾਲੀ ਚੁੱਕ ਛੱਡੀ ਹੈ, ਨਾਲੇ ਨਿੱਕੇ ਨਿੱਕੇ ਚੂੰਗੜਿਆਂ 'ਚ ਘਿਓ ਪਾ ਕੇ ਬੱਤੀਆਂ ਵੱਟ ਕੇ ਦੀਵੇ ਜਗਾਏ ਹੋਏ ਹੈ, ਤੇ ਪੜ੍ਹਦੇ ਆ ਰਵ ਚੰਦ ਦੀਪਕ ਬਣੇ, ਪੜ੍ਹਦੇ ਆ ਗਗਨ ਮੈਂ ਥਾਲ, ਥਾਲੀ ਚੱਕੀ ਥਾਲੀ ਵਿੱਚ ਦੀਵੇ ਲਾ ਕੇ ਚੱਕੀ ਬੈਠੇ ਆ। ਕਿੱਡਾ ਦੇਖੋ ਪਖੰਡ। ਇੱਦਾਂ ਇਹ ਨਕਲੀ ਆਰਤੀ ਜਿਹੜੀ ਕਿ ਮੰਦਰ ਵਿੱਚ ਹੁੰਦੀ ਸੀ, ਸਾਡਿਆਂ ਨੇ ਸ਼ੁਰੂ ਕਰਤੀ, ਸਾਧ ਲਾਣੇ ਨੇ ਡੇਰਿਆਂ 'ਚ ਸ਼ੁਰੂ ਕਰਤੀ ਆ। ਡੇਰਿਆਂ 'ਚ ਬੜਾ ਜ਼ੋਰ ਦਿੱਤਾ ਜਾਂਦਾ, ਬੜਾ ਜ਼ੋਰ ਦਿੱਤਾ ਜਾਂਦਾ, ਬੜੇ ਫਿਰ ਫੁੱਲ ਖੜਿਆਉਂਦੇ ਨੇ, ਬੜਾ ਕੁਛ ਪਾਉਂਦੇ ਨੇ, ਗਾਹ ਪਾ ਦਿੰਦੇ ਨੇ ਉੱਥੇ, ਬੜਾ ਕੁਛ ਕਰਦੇ ਆ। ਇਸ ਕਰਕੇ ਇਹ ਜਿਹੜੀ ਆਰਤੀ ਦਾ ਪਖੰਡ ਦਾ ਖੰਡਨ ਕੀਤਾ ਸੀ ਗੁਰੂ ਜੀ ਨੇ, ਉਹ ਸਾਡਿਆਂ ਨੇ ਸ਼ੁਰੂ ਕਰ ਲਈ, ਉਹ ਸਾਡਿਆਂ ਨੇ ਸ਼ੁਰੂ ਕਰ ਲਈ। ਦੇਖੋ ਤੁਸੀਂ ਅੱਗੇ ਆ ਜਾਓ। ਫਿਰ ਜਿਹੜੇ ਮੰਦਰ ਦੇ ਵਿੱਚ ਨਸ਼ੇ ਦੇ ਭੋਗ ਲੱਗਦੇ ਸੀ, ਮੰਦਰ ਦਾ ਪੁਜਾਰੀ ਜਿਹੜਾ ਨਸ਼ਾ ਕਰਦਾ ਸੀ, ਗੱਲ ਉਹਦੀ ਹੈ। ਮੰਨ ਲਓ ਸ਼ਰਾਬ ਪੀਂਦਾ ਸੀ, ਉਹ ਕਹਿੰਦਾ ਕਾਲੀ ਦੇਵੀ ਨੂੰ ਭੋਗ ਲੱਗਦਾ। ਲੋਕਾਂ ਨੇ ਉਹਦੀ ਗੱਲ ਮੰਨ ਲਈ, ਚੱਲ ਪਏ ਲੈ ਕੇ ਬੋਤਲਾਂ। ਕਿ ਬਹੁਤੀ ਦੁਨੀਆ ਪੁਜਾਰੀਆਂ ਦੇ ਮਗਰ ਲੱਗਦੀ ਆ, ਆਪ ਸਟੱਡੀ ਨਹੀਂ ਕਰਦੇ, ਸੱਚਾ ਗਿਆਨ ਨਹੀਂ ਪ੍ਰਾਪਤ ਕਰਦੇ। ਤਾਂ ਤੇ ਉਹ ਕੀ ਹੋਇਆ, ਉਹਨੇ ਕਾਂਢ ਕੱਢ ਲਈ ਵੀ ਲੋਕ ਹੀ ਲਿਆ ਕੇ ਚੜ੍ਹਾਈ ਜਾਣਗੇ, ਆਪਾਂ ਪੀ ਚੱਲਾਂਗੇ, ਲਿਆਉਣੀ ਨਹੀਂ ਪਊਗੀ। ਨਾਲੇ ਸ਼ਰਾਬ ਪੀ ਕੇ ਜਦੋਂ ਅੱਖ ਖੜੀ ਹੋਈ, ਲੋਕ ਕਹਿਣਗੇ ਕਾਲੀ ਦਾ ਭਗਤ ਹੈ। ਨਾਲੇ ਭਗਤ ਕਹਾਓ, ਨਾਲੇ ਸ਼ਰਾਬ ਪੀਓ, ਨਾਲੇ ਲੋਕ ਹੀ ਲਿਆ ਕੇ ਦੇਈ ਜਾਣਗੇ। ਦੇਖੋ ਪੁਜਾਰੀ ਕਿੱਡਾ ਚਲਾਕ ਹੈ। ਤੇ ਇਹੀ ਕਾਂਢ ਸਾਡਿਆਂ ਨੇ ਕੱਢ ਲਈ। ਹੁਣ ਆਪਣੇ ਤੇ ਆ ਜੋ, ਸੱਚ ਨਿਰਪੱਖ ਹੁੰਦਾ, ਅਸੀਂ ਪੱਖ ਨਹੀਂ ਕਰਨਾ ਕਿਤੇ, ਨਾ ਵਿਰੋਧ ਕਰਨਾ। ਸਾਡੇ ਜਿਹੜੇ ਭੰਗ ਪੀਣ ਲੱਗ ਗਏ, ਇਹ ਕਹਿੰਦੇ ਜੀ ਇਹ ਤਾਂ ਸ਼ਹੀਦਾਂ ਨੂੰ ਭੋਗ ਲੱਗਦਾ ਹੈ, ਇਹ ਭੋਗ ਲਾਉਣ ਦਾ ਬੜਾ ਢੰਗ ਰਚਿਆ ਹੋਇਆ। ਉਹ ਕਹਿੰਦਾ ਕਾਲੀ ਦੇਵੀ ਨੂੰ ਸ਼ਰਾਬ ਦਾ ਭੋਗ ਲੱਗਦਾ, ਸਾਡੇ ਕਹਿੰਦੇ ਤਾਂ ਸ਼ਹੀਦੀ ਦੇ ਗਏ, ਇਹ ਤਾਂ ਸੁੱਖ ਨਿਧਾਨ ਹੈ। ਸੁੱਖ ਨਿਧਾਨ ਗੁਰੂ ਨੂੰ ਪੁੱਛੀਏ, ਗੁਰੂ ਜੀ ਕਹਿੰਦੇ ਸੁੱਖ ਨਿਧਾਨ ਪ੍ਰਭ ਏਕ ਹੈ ਅਵਿਨਾਸੀ ਸੁਣਿਆ। ਹੁਣ ਗੁਰੂ ਸਾਹਿਬ ਤਾਂ ਕਹਿੰਦੇ ਸੁੱਖਾਂ ਦਾ ਖਜ਼ਾਨਾ ਪ੍ਰਮਾਤਮਾ ਹੈ। ਸੁੱਖ ਨਿਧਾਨ ਦਾ ਅਰਥ ਕੀ ਹੁੰਦਾ ਜੀ, ਸੁੱਖਾਂ ਦਾ ਖਜ਼ਾਨਾ। ਹੁਣ ਤੁਸੀਂ ਦੱਸੋ, ਸੁੱਖਾਂ ਦਾ ਖਜ਼ਾਨਾ ਭੰਗ ਦੀ ਬੂਟੀ ਹੋ ਸਕਦੀ ਹੈ? ਤੁਸੀਂ ਦੱਸ ਦਿਓ ਭਾਈ। ਸੁੱਖ ਇਹ ਦੁੱਖ ਨਿਧਾਨ ਹੈ, ਪੀ ਪੀ ਕੇ ਦਿਮਾਗ ਖਰਾਬ ਹੋ ਜਾਂਦਾ, ਦਿਮਾਗ ਚੱਕੇ ਪਏ ਆ ਕਈਆਂ ਦੇ ਭੰਗ ਪੀਣ ਵਾਲਿਆਂ ਦੇ। ਇਹ ਦੁੱਖ ਨਿਧਾਨ ਤਾਂ ਹੈ, ਭੰਗ ਦੀ ਬੂਟੀ ਦੁੱਖਾਂ ਦਾ ਖਜ਼ਾਨਾ, ਪਰ ਇਹਨੂੰ ਪ੍ਰਮਾਤਮਾ ਬਣਾ ਦਿੱਤਾ, ਕਿਉਂਕਿ ਸੁੱਖ ਨਿਧਾਨ ਦਾ ਅਰਥ ਹੁੰਦਾ ਪ੍ਰਮਾਤਮਾ। ਹੋਰ ਪ੍ਰਮਾਣ ਲੈ ਲਓ, ਸੁੱਖ ਨਿਧਾਨ ਪ੍ਰੀਤਮ ਪ੍ਰਭ ਮੇਰੇ। ਹੋਰ ਪ੍ਰਮਾਣ ਲੈ ਲਓ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁੱਖ ਨਿਧਾਨ ਨਾਨਕ ਦਾਸ ਪਾਇਆ। ਜਿਹੜਾ ਮੰਦਰ ਵਿੱਚ ਪੁਜਾਰੀ ਭੋਗ ਲਾਉਣ ਦਾ ਪਖੰਡ ਕਰਦਾ, ਕਹਿੰਦਾ ਸ਼ਰਾਬ ਨੂੰ ਵੀ ਭੋਗ ਲੱਗਦਾ ਹੈ, ਤੇ ਉਹੀ ਪਖੰਡ ਸਾਡਿਆਂ ਨੇ ਸ਼ੁਰੂ ਕਰ ਲਿਆ, ਕਹਿੰਦੇ ਭੰਗ ਨੂੰ ਭੋਗ ਲੱਗਦਾ। ਪੀਣੀ ਤਾਂ ਆਪ ਹੀ ਹੁੰਦੀ ਹੈ ਨਾ, ਢੌਂਗ ਰਚ ਲਿਆ। ਕਹਿਣ ਦਾ ਉਹੀ ਨਸ਼ੇ ਦੇ ਭੋਗ, ਉਹੀ ਜਾਨਵਰਾਂ ਦੀਆਂ ਵਲੀਆਂ, ਉਹੀ ਥਾਲੀਆਂ ਘਕਾ ਕੇ ਨਕਲੀ ਆਰਤੀਆਂ, ਹੋਰ ਪਤਾ ਨਹੀਂ ਕਿੰਨਾ ਪਖੰਡਵਾਦ। ਤਾਂ ਤੇ ਅਸੀਂ ਸੁਚੇਤ ਹੋਣਾ ਹੈ, ਸੁਚੇਤ ਹੋਣਾ ਹੈ। ਜੇ ਗੁਰੂ ਘਰਾਂ ਦੇ ਵਿੱਚ ਮਨਮੱਤ ਹੈ, ਗੁਰੂ ਘਰਾਂ ਵਿੱਚ ਪਖੰਡਵਾਦ ਹੈ, ਸਿੱਖ ਦੇ ਘਰ ਵਿੱਚੋਂ ਪਖੰਡ ਕਿੱਥੇ ਨਿਕਲੂ? ਕਿਉਂਕਿ ਸਿੱਖ ਨੇ ਸੇਧ ਲੈਣੀ ਹੈ ਗੁਰਦੁਆਰਾ ਸਾਹਿਬ ਤੋਂ, ਗੁਰੂ ਦੇ ਦਰ ਤੋਂ, ਤੇ ਜੇ ਗੁਰੂ ਦੇ ਦਰ ਤੋਂ ਸਾਨੂੰ ਸਹੀ ਸੇਧ ਨਹੀਂ ਮਿਲਦੀ, ਸਿੱਖ ਕਿੱਥੇ ਜਾਊਗਾ? ਸੋਚੋ, ਤੁਸੀਂ ਵਿਚਾਰ ਕਰੋ। ਇਸ ਕਰਕੇ ਗੁਰਦੁਆਰੇ ਦੇ ਵਿੱਚ ਹੁੰਦੀਆਂ ਜਿਹੜੀਆਂ ਮਨਮੱਤਾਂ, ਇਹ ਜੇ ਸੁਚੇਤ ਹੋ ਜਾਣ ਲੋਕ, ਤਾਂ ਇਹ ਸਾਡੀ ਸਾਰੀ ਸੰਗਤ ਤਾਂ ਇਹ ਬੰਦ ਹੋ ਸਕਦੀਆਂ। ਜਦੋਂ ਇੱਥੇ ਕੋਈ ਆਉਂਦਾ, ਕੋਈ ਵੀ, ਤੁਸੀਂ ਉਹਨੂੰ ਪ੍ਰਸ਼ਨ ਪੁੱਛਿਆ ਕਰੋ। ਜਿਵੇਂ ਦਾਸ ਹਰ ਪ੍ਰਸ਼ਨ ਦਾ ਜਵਾਬ ਦੇ ਕੇ ਆਉਂਦਾ ਹੁੰਦਾ ਕਥਾ ਤੋਂ ਬਾਅਦ, ਅੱਜ ਵੀ ਇੱਥੇ ਬੈਠੂੰਗਾ। ਅਤੇ ਤੁਸੀਂ ਜਦੋਂ ਇੱਥੇ ਜਿਹੜੇ ਆਗੂ ਆਉਂਦੇ ਨੇ ਨਾ, ਉਹਨਾਂ ਨੂੰ ਬਿਠਾ ਕੇ ਪੁੱਛਿਆ ਕਰੋ ਵੀ ਆਹ ਮਨਮੱਤਾਂ ਤੁਸੀਂ ਕੀ ਚਲਾਈਆਂ ਹੋਈਆਂ, ਬੰਦ ਕਾਤੇ ਨਹੀਂ ਕਰਦੇ? ਪੁੱਛਿਆ ਜਾ ਸਕਦਾ ਵੀ, ਤੁਸੀਂ ਦਾਸ ਨੂੰ ਵੀ ਜੋ ਮਰਜ਼ੀ ਪੁੱਛ ਸਕਦੇ ਹੋ, ਜਵਾਬ ਦੇ ਹਾਂ ਅਸੀਂ, ਜਵਾਬ ਦੇ ਆ ਹਰ ਕੋਈ। ਤੁਸੀਂ ਪੁੱਛਿਆ ਕਰੋ ਵੀ ਆ ਤੁਸੀਂ ਕੀ ਗੰਦ ਪਾਇਆ ਹੋਇਆ ਗੁਰੂ ਦੇ ਸਥਾਨਾਂ ਦੇ ਉੱਤੇ, ਇਹ ਗੰਦ ਤੁਸੀਂ ਕੀ ਪਾਇਆ ਹੋਇਆ? ਪੁੱਛਿਆ ਕਰੋ ਤੁਸੀਂ, ਜ਼ੁਰਤ ਨਾਲ ਪੁੱਛਿਆ ਕਰੋ, ਤਾਂ ਕਿ ਇਹ ਮਨਮੱਤਾਂ ਬੰਦ ਹੋਣ। ਚਲੋ ਜੀ, ਇਹ ਇਸ ਨੁਕਤੇ 'ਤੇ ਗੱਲ ਹੋ ਗਈ। ਆਪਣੀ ਵਿਸ਼ਾ ਕੀ ਚੱਲ ਰਿਹਾ ਜੀ, ਵਿੱਚ ਧਿਆਨ ਦਿਵਾਉਣਾ ਪੈਂਦਾ ਗੁਰਦੁਆਰਾ ਸਾਹਿਬ ਬਾਰੇ। ਸੋ ਅੱਜ ਆਪਾਂ ਬਿਲਡਿੰਗ ਬਾਰੇ ਗੱਲ ਕਰ ਲਈ, ਨਿਸ਼ਾਨ ਸਾਹਿਬ ਬਾਰੇ ਗੱਲ ਕਰ ਲਈ, ਗੋਲਕ ਬਾਰੇ ਗੱਲ ਕਰ ਲਈ। ਫਿਰ ਆਪਾਂ
ਗੱਲ ਕਰ ਲਈ ਵੀ ਗੁਰੂ ਘਰ ਵਿੱਚ ਸਹੀ ਗੁਰੂ ਦੀ ਮੱਤ ਚੱਲੇ। ਇੱਥੋਂ ਅਸੀਂ ਸਿੱਖ ਕੇ ਜਾਣਾ, ਸਿੱਖਣ ਆਏ ਆ ਨਾ ਇੱਥੇ ਆਪਾਂ, ਇੱਥੋਂ ਅਸੀਂ ਗੁਰਮੱਤ ਸਿੱਖ ਕੇ ਜਾਣੀ ਹੈ, ਇੱਥੇ ਮਨਮੱਤਾਂ ਨਹੀਂ ਚਲਾਉਣੀਆਂ। ਫਿਰ ਆਹ ਸਟੇਜ ਹੈ, ਆਹ ਸਟੇਜ ਸੁਣ ਲਿਓ, ਆਹ ਜਿੱਥੇ ਹੁਣ ਦਾਸ ਬੈਠਾ ਹੈ, ਇਹ ਬੜੀ ਪਵਿੱਤਰ ਸਟੇਜ ਹੈ। ਇਹ ਗੁਰੂ ਦੀ ਬਰੋਸਾਈ ਸਟੇਜ ਹੈ। ਇਹ ਸਟੇਜ ਇੱਥੇ ਬੈਠ ਕੇ ਕੋਈ ਗੱਪ ਕਹਾਣੀਆਂ ਨਾ ਸੁਣਾਵੇ। ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਬੇਨਤੀ ਕਰਾਂਗਾ, ਵੀਰ ਸੁਣ ਲਓ ਬੈਠੇ ਪ੍ਰਬੰਧਕ, ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਸਟੇਜ 'ਤੇ ਬੈਠ ਕੇ ਕੋਈ ਗੁਰਮੱਤ ਦੀ ਗੱਲ ਸੁਣਾਵੇ, ਗੱਪ ਕਹਾਣੀਆਂ ਨਾ ਸੁਣਾਵੇ। ਸਟੇਜ 'ਤੇ ਚੜ੍ਹਨ ਵਾਲੇ ਨੂੰ ਗੁਰਮੱਤ ਦਾ ਗਿਆਨ ਹੋਵੇ। ਹਾਂ, ਭੁੱਲ ਕਿਸੇ ਤੋਂ ਹੋ ਸਕਦੀ ਹੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਕਈ ਵਾਰੀ ਨਾ ਗਲਤੀ ਧਿਆਨ ਵਿੱਚ ਨਹੀਂ ਆਉਂਦੀ, ਉਹ ਕਿਸੇ ਤੋਂ ਵੀ ਹੋ ਸਕਦੀ ਹੈ, ਐਸੀ ਗੱਲ ਨਹੀਂ ਵੀ ਅਸੀਂ ਕੋਈ ਭੁੱਲ ਨਹੀਂ ਕਰਦੇ। ਤੁਹਾਡੇ ਧਿਆਨ ਵਿੱਚ ਆ ਜਾਵੇ ਨਾ ਵੀ ਇੱਥੇ ਪੰਥਪ੍ਰੀਤ ਸਿੰਘ ਭੁੱਲ ਕਰਦਾ, ਉਹ ਮੇਰੇ ਧਿਆਨ 'ਚ ਲਿਆ ਦਿਓ, ਆਪਾਂ ਉਹਦੀ ਸੋਧ ਕਰ ਲਾਂਗੇ। ਭੁੱਲ ਇੱਕ ਐਸੀ ਗਲਤੀ ਹੈ ਜਿਹੜੀ ਧਿਆਨ ਵਿੱਚ ਨਹੀਂ ਆਈ। ਜੇ ਧਿਆਨ ਵਿੱਚ ਨਹੀਂ ਆਈ ਗਲਤੀ, ਉਹਨੂੰ ਗੁਰੂ ਜੀ ਮਾफ़ ਕਰਦੇ ਹੈ, ਭੁੱਲ ਚੁੱਕ ਮਾफ़ ਕਰਨੀ। ਚਲੋ ਉਹ ਤਾਂ ਵੱਖਰੀ ਗੱਲ ਹੈ, ਪਰ ਇਹ ਨਹੀਂ ਵੀ ਆਹ ਸਟੇਜ 'ਤੇ ਬੈਠ ਕੇ ਕੋਈ ਗੱਪ ਕਹਾਣੀਆਂ ਸੁਣਾ ਕੇ ਤੁਰ ਜੇ ਅਤੇ ਤੁਸੀਂ ਸੁਣੀ ਜਾਂਦੇ ਹੋ ਗੱਪ ਕਹਾਣੀਆਂ। ਇੱਥੇ ਗੁਰਬਾਣੀ ਦੀ ਵਿਚਾਰ ਹੋਵੇ, ਗੁਰਮੱਤ ਦੀ ਗੱਲ ਹੋਵੇ ਇੱਥੇ ਤਾਂ। ਅਤੇ ਆਮ ਤੌਰ 'ਤੇ ਕਈ ਥਾਵਾਂ 'ਤੇ ਮੈਂ ਦੇਖਿਆ ਵਿੱਚੋਂ ਉਦੋਂ ਰਮ ਜਾਂਦੇ ਵਾਂ, ਸੱਚ ਸਰੂਪ ਸਤਿਗੁਰਾਂ ਦੀ ਹਜ਼ੂਰੀ 'ਚ ਬੈਠ ਕੇ ਗੱਪ ਸੁਣਾਉਣੇ ਕਿੱਡਾ ਮਹਾਂਪਾਪ ਹੈ। ਜਿਵੇਂ ਇੱਕ ਦੋ ਸੁਣਾ ਕੇ ਦਿਖਾਵਾਂ ਸਮਝਾਉਣ ਵਾਸਤੇ, ਤੁਹਾਨੂੰ ਸੁਚੇਤ ਕਰਨ ਵਾਸਤੇ। ਭਾਈ ਬਾਬਾ ਜੀ ਤੁਰੇ ਜਾਂਦੇ ਸੀ, ਬਾਬਾ ਜੀ ਦਾ ਪੈਰ ਇੱਕ ਨਾ ਕੌੜ ਤੂੰਬਿਆਂ ਦੀ ਬਣ ਨੂੰ ਲੱਗ ਗਿਆ। ਸੰਗਤ ਤੇ ਕੌੜ ਤੂੰਬੇ ਮਿੱਠੇ ਹੋ ਗਏ, ਬੋਲੋ ਸਤਨਾਮ। ਲੈ ਸੁਣਾਤਾ, ਆਹ ਛੱਡਤਾ ਗੱਪ। ਇਹ ਗੱਪ ਹੈ, ਇਹ ਗੱਪ ਹਰ ਬਾਬੇ ਨਾਲ ਇਹ ਕਹਾਣੀਆਂ ਜੁੜੀਆਂ ਹੋਈਆਂ। ਗੱਪ ਕਹਾਣੀਆਂ ਦੇ ਆਧਾਰ 'ਤੇ ਡੇਰੇ ਉਸਰਦੇ ਹੈ। ਜਿੰਨਾ ਡੇਰਾਵਾਦ ਹੈ ਇਹ ਗੱਪ ਕਹਾਣੀਆਂ 'ਤੇ ਉਸਰਿਆ। ਹਰ ਡੇਰੇ 'ਤੇ ਬਾਬੇ ਨਾਲ ਗੱਪ ਕਹਾਣੀਆਂ ਜੁੜੀਆਂ ਹੋਈਆਂ। ਭਾਈ ਬਾਬਾ ਜੀ ਦੀਵਾਨ ਲਾਉਣ ਗਏ ਕਿਸੇ ਥਾਂ 'ਤੇ, ਕੋਈ ਪ੍ਰੇਮੀ ਬਾਬਾ ਜੀ ਨੂੰ ਮੱਲੋ ਮੱਲੀ ਘਰੇ ਲੈ ਗਿਆ ਅਤੇ ਕਹਿੰਦਾ ਬਾਬਾ ਜੀ ਬੱਚਾ ਨਹੀਂ ਸਾਡੇ। ਭਾਈ ਬਾਬਿਆਂ ਨੇ ਦਿੱਤਾ ਸੇਬ ਅਤੇ ਸੰਗ ਅਤੇ ਸਾਲ ਮਗਰੋਂ ਜੋੜੇ ਮੁੰਡੇ ਹੋ ਗਏ। ਆਹ ਸੁਣਾਉਂਦੇ ਸਟੇਜਾਂ 'ਤੇ। ਇਹ ਬੰਦ ਕਰੋ ਬਕਵਾਸ। ਕੀ ਤੁਹਾਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ ਦੀ ਕੁੱਖ ਤੋਂ ਕਿਸੇ ਬੱਚੇ ਦਾ ਜਨਮ ਨਹੀਂ ਹੋਇਆ? ਪਤਾ ਹੈ? ਅਤੇ ਗੁਰੂ ਨਾਨਕ ਸਾਹਿਬ ਨੇ ਨਹੀਂ ਕਿਹਾ ਭੈਣੇ ਮੈਂ ਸੇਬ ਦੇ ਦੇਣਾ, ਜਾਂ ਭੈਣ ਨੇ ਕਿਹਾ ਹੋਵੇ ਵੀਰ ਤੂੰ ਮੈਨੂੰ ਸੇਬ ਦੇ ਦੇ। ਸੇਬ ਨਾਲ ਕੀ ਮਤਲਬ? ਸੇਬ 'ਤੇ ਮੈਨੂੰ ਇੱਕ ਗੱਲ ਯਾਦ ਆ ਗਈ, ਤੁਹਾਨੂੰ ਕੱਲ੍ਹ ਵੀ ਵੀਰ ਕਹਿੰਦਾ ਸੀ, ਮੌਕੇ 'ਤੇ ਗੱਲ ਆ ਗਈ। ਵਰਤੀ ਗੱਲ ਸੁਣਾਵਾਂ ਤੁਹਾਨੂੰ, ਵਰਤੀ ਹੋਈ ਗੱਲ, ਇਹ ਵਰਤੀ ਘਟਨਾ ਕਹਿ ਲਓ। ਇੱਕ ਦਾਸ ਜਾਨੀ ਕਿ ਪ੍ਰਚਾਰਕ ਦੌਰੇ 'ਤੇ ਆਸਟ੍ਰੇਲੀਆ ਗਿਆ, ਅਤੇ ਸਾਡੇ ਨਾਲ ਨਾ ਇੰਡੀਆ ਤੋਂ ਹੀ ਇੱਕ ਮਾਤਾ ਦਾ ਸੰਗ ਹੋ ਗਿਆ। ਉਹਨੇ ਵੀ ਆਸਟ੍ਰੇਲੀਆ ਸਿਡਨੀ ਉਤਰਨਾ ਸੀ ਜਾ ਕੇ, ਉਹਦੇ ਨੂੰਹ ਪੁੱਤ ਰਹਿੰਦੇ ਆ ਉੱਥੇ। ਅਤੇ ਉਹ ਮਾਤਾ ਅਨਪੜ੍ਹ ਸੀ, ਚਲੋ ਸਹਾਰਾ ਜਿਹਾ ਹੋ ਗਿਆ ਆਪਾਂ ਕਹਿੰਦੇ। ਮੈਂ ਕਿਹਾ ਕੋਈ ਮਾਤਾ ਜੀ ਤੁਸੀਂ ਫਿਕਰ ਨਾ ਕਰੋ ਅਤੇ ਆਪਾਂ ਉੱਥੇ ਪਹੁੰਚ ਜਾਵਾਂਗੇ। ਚਲੋ ਗੱਲ ਮੁਕਾਓ ਵੀ ਉਹ ਮਾਤਾ ਸਾਡੇ ਨਾਲ ਸਿਡਨੀ ਏਅਰਪੋਰਟ 'ਤੇ ਪਹੁੰਚ ਗਏ। ਪਹੁੰਚੇ ਜਿਸ ਵੇਲੇ, ਉਹ ਤੁਹਾਨੂੰ ਪਤਾ ਹੀ ਹੈ ਹੁਣ ਵੀ ਕੋਈ ਖਾਣ ਵਾਲੀ ਚੀਜ਼ ਕੋਈ ਕੁਛ ਹੋਵੇ ਨਾ ਨਾਲ ਲਾ ਹੈ। ਚਲੋ ਜੀ ਉਹ ਜਿਸ ਵੇਲੇ ਯਾਨੀ ਕਿ ਸਕੈਨਿੰਗ ਹੋਈ ਸਮਾਨ ਦੀ, ਮਾਤਾ ਜੀ ਦੇ ਥੈਲੇ ਵਿੱਚ ਇੱਕ ਸੇਬ ਆ ਗਿਆ, ਸੇਬ। ਅਤੇ ਉਹ ਯਾਨੀ ਕਿ ਜੋ ਉੱਥੇ ਡਿਊਟੀ ਵਾਲੇ ਉਹ ਕਹਿੰਦੇ ਵੀ ਉਹਨੇ ਇੰਗਲਿਸ਼ 'ਚ ਕਿਹਾ, ਅਤੇ ਚਲੋ ਮਾਤਾ ਨੇ ਦੱਸਤਾ ਵੀ ਮੈਨੂੰ ਸਮਝ ਨਹੀਂ ਆਉਂਦੀ। ਉਹਨਾਂ ਨੇ ਪੰਜਾਬੀ ਵਾਲਾ ਆਪਣਾ ਬੁਲਾ ਲਿਆ ਮੁਲਾਜ਼ਮ ਵੀ ਇਹਦੇ ਨਾਲ ਗੱਲ ਕਰੋ। ਚਲੋ ਉਹ ਯਾਨੀ ਕਿ ਉਹਨੇ ਦੱਸਿਆ, ਦਾਸ ਕੋਲੇ ਖੜ੍ਹਾ ਹੈ, ਉਹਨੇ ਦੱਸਿਆ ਮਾਤਾ ਜੀ ਇੱਥੇ ਕਾਨੂੰਨ ਹੈ, ਤੁਸੀਂ ਇਹ ਸੇਬ ਅੱਗੇ ਨਹੀਂ ਲਿਆ ਸਕਦੇ, ਚਾਹੇ ਤਾਂ ਤੁਸੀਂ ਇਹ ਸੇਬ ਆਪ ਹੁਣੀ ਇੱਥੇ ਖੜ੍ਹੇ ਛਕ ਲਓ, ਖਾ ਸਕਦੇ ਹੋ ਤੁਸੀਂ, ਚਾਹੇ ਉਹ ਕੂੜਾਦਾਨ 'ਚ ਪਾ ਦਿਓ। ਪੰਜਾਬੀ 'ਚ ਹੀ ਹੈ ਉਹਨੇ। ਜਦੋਂ ਇੰਨਾ ਕਿਹਾ ਭਾਈ, ਅਤੇ ਮਾਤਾ ਨੇ ਤਾਂ ਚੱਕ ਲਈਆਂ ਦੋਨੇ ਬਾਹਾਂ। ਵਰਤੀ ਸਿਡਨੀ ਏਅਰਪੋਰਟ ਦੀ ਘਟਨਾ। ਕਹਿੰਦੀ ਹਾਂ ਵੇ ਭਾਈ ਤੂੰ ਐਂ ਕਾਹਤੇ ਕਹਿੰਦਾ ਕੂੜੇਦਾਨ 'ਚ ਪਾ ਦੇ, ਤਾਂ ਮੈਨੂੰ ਬਾਬਿਆਂ ਨੇ ਦਿੱਤਾ ਸੇਬ, ਜਾਂ ਵੀ ਉਹਨੂੰ ਸੁਪਨਾ ਆਉਂਦਾ ਤੈਨੂੰ ਬਾਬਿਆਂ ਨੇ ਦਿੱਤਾ ਸੇਬ। ਇਹ ਤਾਂ ਮੁੰਡਾ ਦੇਣ ਵਾਲਾ ਸੇਬ ਹੈ, ਬਾਬੇ ਤੋਂ ਲੈ ਕੇ ਆਈ ਸੀ, ਚੱਲੀ ਸੀ, ਦੇਖੋ ਆਹ ਕੰਮ, ਇਹ ਤਾਂ ਬਾਬਿਆਂ ਤੋਂ ਲਿਆਂਦਾ। ਉਹਨਾਂ ਨੂੰ ਹੁਣ ਕੀ ਪਤਾ, ਉਹ ਹੈਰਾਨ ਜੇ ਹੋਣ। ਅਤੇ ਮੈਂ ਕੋਲੇ ਖੜ੍ਹਾ ਸੀ, ਮੈਨੂੰ ਮੂੰਹ ਪਾਸੇ ਕਰਨਾ ਪਿਆ। ਨਮੋਸ਼ੀ ਜੀ ਵੀ ਆਈ, ਉਹ ਮੇਰੇ ਕੰਨੀ ਵੀ ਦੇਖੇ ਵੀ ਕਿਤੇ ਵੀ ਇੱਥੇ ਸੇਬ ਨਾ ਦੇਣ ਆਏ ਹੁਣ, ਕਿ ਹੁਣ ਬਦਨਾਮ ਕਰਤੀ ਸਾਡੀ ਕੌਮ। ਹੁਣ ਮੈਨੂੰ ਸ਼ਰਮ ਆ ਵੀ ਉੱਥੇ ਖੜ੍ਹੇ ਨੂੰ, ਉਹ ਮੇਰੇ ਕੰਨੀ ਦੇਖੇ ਅਧਿਕਾਰੀ ਵੀ ਕਿਤੇ ਇਹੀ ਕੰਮ ਤਾਂ ਨਹੀਂ ਕਰਨਾ ਆਇਆ। ਸੋਚੋ। ਕਹਿੰਦੀ ਇਹ ਤਾਂ ਮੈਨੂੰ ਬਾਬਿਆਂ ਨੇ ਸੇਬ ਦਿੱਤਾ ਹੈ। ਉਹ ਕਹਿੰਦੇ ਮਾਤਾ ਇਹ ਗੱਲਾਂ ਨਹੀਂ ਇੱਥੇ ਮੰਨੀਆਂ ਜਾਂਦੀਆਂ, ਇਹ ਜੋ ਲਾ ਹੈ ਸੇਬ ਤੂੰ ਖਾ ਸਕਦੀ ਹੈ ਜਾਂ ਕੂੜਾਦਾਨ 'ਚ ਪਾ ਸਕਦੀ ਹੈ। ਮਾਤਾ ਤਾਂ ਜੀ ਅੜ ਗਈ, ਕਿਉਂਕਿ ਇੱਦਾਂ ਹੀ ਹੁਣ ਆਪਣੇ ਲੋਕਾਂ ਨੂੰ ਨਹੀਂ ਪਤਾ ਹੁੰਦਾ, ਜਿੱਦ ਕਰ ਲਈ। ਜੋ ਜਿੱਦ ਕੀਤੀ ਆਪਾਂ ਨੂੰ ਪਤਾ ਵੀ ਕੋਸ਼ਿਸ਼ ਕਰਦੇ ਨੇ ਮਸਲਾ ਹੱਲ ਕਰਨ ਦੀ, ਆਪਣੀ ਤਰ੍ਹਾਂ ਨਹੀਂ ਨਾ। ਜੇ ਆਪਣੇ ਵਾਲਾ ਮਾਹੌਲ ਹੁੰਦਾ ਤਾਂ ਹੱਥੋਂ ਫੜਦੇ ਸੇਬ 'ਤੇ ਚੱਕ ਕੇ ਸਿੱਟ ਦਿੰਦੇ ਕੂੜਾਦਾਨ ਦੇ ਵਿੱਚ, ਪਰ ਇੱਥੇ ਇੱਦਾਂ ਨਹੀਂ, ਬਾਹਰ ਕਹਿਣਾ ਪਊਗਾ।
ਉਹਨਾਂ ਨੇ ਕੋਸ਼ਿਸ਼ ਕੀਤੀ, ਉਹ ਕਹਿੰਦੇ ਹੁਣ ਕਿੱਦਾਂ ਮਸਲਾ ਹੱਲ ਕਰੀਏ। ਉਹਨਾਂ ਨੇ ਖੀਰ ਨੂੰ ਪੁੱਛਿਆ ਉਹਨੂੰ ਵੀ ਮਾਤਾ ਤੇਰੇ ਨੂੰਹ ਪੁੱਤ ਤੈਨੂੰ ਲੈਣ ਆਏ ਆ? ਕਹਿੰਦੀ ਹਾਂ ਬਾਹਰ ਖੜੇ ਆ, ਨੰਬਰ ਦੇ। ਨੰਬਰ ਦਿੱਤਾ, ਉਹਨਾਂ ਨੇ ਫੋਨ ਮਿਲਾਇਆ, ਕਹਿੰਦੇ ਵੀ ਤੁਹਾਡੀ ਮਾਤਾ ਆਈ ਹੈ ਇੰਡੀਆ ਤੋਂ, ਅਤੇ ਇਹਨੂੰ ਤੁਸੀਂ ਦੱਸੋ ਵੀ ਇਹ ਇੱਦਾਂ ਅੱਗੇ ਨਹੀਂ ਸੇਬ ਲੈ ਕੇ ਆ ਸਕਦੀ, ਕੋਈ ਸੇਬ ਲੈ ਕੇ ਆਈ ਹੈ ਕਿਸੇ ਬਾਬੇ ਤੋਂ ਤੁਹਾਡੇ ਵਾਸਤੇ ਸੇਬ ਲੈ ਕੇ ਆਈ ਹੈ। ਇਹ ਕਹਿੰਦੀ ਹੈ ਮੁੰਡਾ ਦੇਣ ਵਾਲਾ ਸੇਬ ਹੈ ਇਹ, ਅਤੇ ਇਹਨੂੰ ਦੱਸੋ, ਸਮਝਾਓ ਤੁਸੀਂ। ਉਹਦੇ ਨਾਲ ਗੱਲ ਕੀਤੀ, ਮਾਤਾ ਮੰਨੇ ਹੀ ਨਾ। ਤਾਂ ਤੇ ਜਿਸ ਵੇਲੇ ਅਖੀਰ ਨੂੰ ਉਹਨਾਂ ਨੇ ਕੀ ਕੱਢਿਆ, ਕਹਿੰਦੇ ਚਲੋ ਇੱਦਾਂ ਕਰ ਲਓ, ਇਹ ਬਿਲਕੁਲ ਆਊਟਰ ਦੇ ਉੱਤੇ ਨਾ ਮਾਤਾ ਨੂੰ ਕਹਿੰਦੀ ਤੂੰ ਆਪਣੀ ਨੂੰਹ ਨੂੰ ਬੁਲਾ ਲਾ, ਇਹਦੇ 2 ਹਿੱਸੇ ਕਰਨੇ ਪੈਣਗੇ, ਇੱਕ ਹਿੱਸਾ ਤੈਨੂੰ ਖਾਣਾ ਹੀ ਖਾਣਾ ਪਊ ਪਹਿਲਾਂ, ਫੇਰ ਤੂੰ ਆਪਣੀ ਨੂੰਹ ਨੂੰ ਖਵਾ ਸਕਦੀ ਹੈ। ਇਸ ਗੱਲ 'ਤੇ ਮਾਤਾ ਮੰਨ ਗਈ। ਉਹ ਕੀ ਹੋਇਆ, ਜਿਸ ਵੇਲੇ ਆ ਕੇ ਅੱਧਾ ਸੇਬ ਖਾ ਲਿਆ ਮਾਤਾ ਨੇ, ਅੱਧਾ ਖਾ ਲਿਆ ਉਹਦੀ ਨੂੰਹ ਨੇ ਜਦੋਂ ਆ ਗਈਆਂ, ਅਤੇ ਮੈਂ ਤਾਂ ਹੱਸ ਕੇ ਪਰੇ ਨੂੰ ਤੁਰ ਗਿਆ। ਮੈਂ ਕਿਹਾ ਪਤਾ ਨਹੀਂ ਕੀ ਨਤੀਜਾ ਆਊਗਾ, ਮੁੰਡੇ ਵਾਲਾ ਸੇਬ ਅੱਧਾ ਮਾਤਾ ਖਾ ਗਈ, ਅੱਧਾ ਨੂੰਹ ਖਾ ਗਈ, ਅਤੇ ਨਤੀਜਾ ਕੀ ਨਿਕਲਿਆ ਮੈਨੂੰ ਮੁੜ ਕੇ ਨਹੀਂ ਮਿਲੀ। ਆਹ ਸਾਡੀ ਕੌਮ ਦਾ ਹਾਲ ਹੈ, ਯਾਨੀ ਕਿ ਚੁਟਕਲਾ ਨਾ ਸਮਝੋ, ਇਹ ਹਕੀਕਤ ਹੈ। ਸਾਡੀ ਕੌਮ ਦਾ ਹਾਲ ਕਰਤਾ ਆਹ ਬਾਬਿਆਂ ਨੇ, ਆਹ ਹਾਲ ਕੀਤਾ, ਆਹ ਗਿਆਨ ਦਿੱਤਾ ਬਾਬਿਆਂ ਨੇ ਸਾਡੀ ਕੌਮ ਨੂੰ, ਆਹ ਗਿਆਨ ਵੀ ਬਾਹਰ ਵੀ ਸਾਡੀ ਯਾਨੀ ਕਿ ਖਿੱਲੀ ਉੱਡਦੀ ਹੈ, ਮਖੌਲੀ ਉੱਡਦਾ, ਹੋਰ ਕੀ ਹੈ, ਮਖੌਲੀ ਹੈ। ਹੁਣ ਦੱਸੋ ਆਹ ਹਾਲਤ ਹੈ ਸਾਡੀ। ਇਸ ਕਰਕੇ ਗੱਲ ਚੱਲੀ ਸੀ ਵੀ ਅਸੀਂ ਇਹਨਾਂ ਗੱਲਾਂ ਤੋਂ ਸੁਚੇਤ ਹੋਣਾ, ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ। ਤਾਂ ਤੇ ਗੱਲ ਆਪਾਂ ਸ਼ੁਰੂ ਕੀਤੀ ਸੀ ਕਿ ਗੁਰੂ ਦੇ ਦਰ ਦੇ ਉੱਤੇ ਆ ਕੇ ਅਸੀਂ ਗੁਰੂ ਦਾ ਗਿਆਨ ਲੈਣਾ, ਅਤੇ ਸਟੇਜ 'ਤੇ ਗੱਲ ਚੱਲ ਰਹੀ ਸੀ ਵੀ ਇਹ ਸਟੇਜ ਤੋਂ ਗੱਪ ਕਹਾਣੀਆਂ ਬੰਦ ਹੋ ਜਾਣ, ਜਿਹੜੇ ਬਾਬੇ ਗੱਪ ਜੋੜ ਕੇ ਸੁਣਾਉਂਦੇ ਆ, ਤਾਂ ਤੇ ਫਿਰ ਗੱਲ ਬਣ ਜੇ। ਜਿਵੇਂ ਇੱਦਾਂ ਦਾ ਗੱਪ ਵੀ ਚੱਲਦਾ, ਬਾਬਾ ਜੀ ਦੀਵਾਨ ਲਾਉਣ ਜਾਂਦੇ ਸੀ, ਗੱਡੀ ਦਾ ਤੇਲ ਮੁੱਕ ਗਿਆ, ਬਾਬਾ ਜੀ ਕਹਿੰਦੇ ਨਹਿਰ ਦੇ ਵਿੱਚੋਂ ਪਾਣੀ ਦੀ ਕਿੰਨੀ ਭਰ ਕੇ ਪਾ ਲਓ। ਹਾਂ, ਕਹਿੰਦੇ ਅਸੀਂ ਪਾਣੀ ਪਾ ਲਿਆ ਗੱਡੀ 'ਚ, ਸੰਗ 'ਤੇ ਗੱਡੀ ਪਾਣੀ ਦੇ ਉੱਤੇ ਭੱਜੀ ਗਈ। ਹਾਂਜੀ, ਅਤੇ ਕਈ ਸਾਡੀਆਂ ਭੈਣਾਂ ਜਿਨ੍ਹਾਂ ਨੂੰ ਨਹੀਂ ਪਤਾ, ਇਹ ਕਹਿਣਗੀਆਂ ਵਾਹਿਗੁਰੂ 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 ਵਾਹ ਵਾਹ ਵਾਹ, ਪਾਣੀ ਤੇਲ ਬਣ ਗਿਆ। ਦੱਸ ਲੈ, ਆਈ ਨਹੀਂ ਕਹਿੰਦੇ ਵੀ ਗੱਪ ਸੁਣਾਤਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੱਸੋ, ਸੇਬ ਦੇ ਤਾਂ ਜੋੜੇ ਮੁੰਡੇ ਹੋ ਗਏ, ਵਾਹਿਗੁਰੂ 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 ਵਾਹਿਗੁਰੂ, ਧੰਨ ਬਾਬੇ ਵਾਹਿਗੁਰੂ। ਦੱਸੋ, ਆਹ ਗੱਪ ਸੁਣਾ ਕੇ ਤੋਰ 'ਤੇ ਇੱਥੋਂ। ਇਸ ਕਰਕੇ ਪਲੀਜ਼ ਸਟੇਜਾਂ ਤੋਂ ਹੀ ਬੰਦ ਕਰੋ। ਇਸ ਸਟੇਜ ਦੀ ਆਪਾਂ ਗੱਲ ਆਪਣਾ ਪ੍ਰਕਰਨ ਕੀ ਚੱਲ ਰਿਹਾ, ਸਟੇਜ, ਆਹ ਸਟੇਜ ਤੋਂ ਗੁਰਮਤਿ ਦੀ ਗੱਲ ਹੋਵੇ, ਗੁਰਬਾਣੀ ਦੀ ਗੱਲ ਹੋਵੇ, ਸਿਧਾਂਤ ਦੀ ਗੱਲ ਹੋਵੇ, ਅਤੇ ਤਾਂ ਹੀ ਅਸੀਂ ਸਿੱਖ ਕੇ ਜਾਵਾਂਗੇ ਨਾ। ਅਤੇ ਪਰਮ ਸੱਚ ਦੀ ਭਾਲ ਹੈ, ਯਾਨੀ ਕਿ ਧਰਮ, ਤਾਂ ਜੇ ਧਰਮ ਦੇ ਨਾਂ 'ਤੇ ਗੱਪ ਮਾਰਦੇ ਰਹਾਂਗੇ, ਸੱਚ ਨਾਲ ਕਦੋਂ ਜੁੜਾਂਗੇ। ਵਿੱਚ ਸੱਚੇ ਕੂੜ ਨਾ ਗੱਡ ਈਮਨ ਵੇਖੋ ਕੋ ਨਿਰਜਾਸ। ਇਸ ਕਰਕੇ ਇਹ ਰਿਹਾ ਜੀ ਸਟੇਜ ਦਾ ਸਤਿਕਾਰ। ਤਾਂ ਤੇ ਸਟੇਜ 'ਤੇ ਜਾਣਕਾਰ ਬੋਲੇ ਬਸ, ਦੂਜਾ ਨਹੀਂ। ਚਲੋ ਫਿਰ ਅੱਗੇ ਆ ਜਾਓ। ਗੁਰਦੁਆਰਾ ਸਾਹਿਬ ਦਾ ਜੋ ਸਟਾਫ ਦੀ ਗੱਲ ਤਾਂ ਪਹਿਲਾਂ ਹੀ ਕਰ ਲਈ, ਚੰਗਾ ਗ੍ਰੰਥੀ ਸਿੰਘ ਰੱਖੋ, ਜਾਣਕਾਰ ਹੋਵੇ, ਚੰਗੀ ਤਨਖਾਹ, ਚੰਗੀਆਂ ਸਹੂਲਤਾਂ, ਦੁਬਾਰਾ ਕਹਿੰਦੇ ਹਾਂ। ਕੋਈ ਚੰਗੇ ਸਿੰਘ ਫੇਰ ਹੀ ਡਿਊਟੀ ਕਰਦੇ ਰਹਿਣਗੇ ਨਾ। ਚੰਗਾ ਜੋ ਵੀ ਜਥਾ ਹੈ, ਕੀਰਤਨੀ ਜਥਾ ਹੈ, ਗ੍ਰੰਥੀ ਵੀਰ ਹੈ, ਜੋ ਵੀ, ਉਹ ਸਟਾਫ ਯਾਨੀ ਕਿ ਕੁਆਲਿਟੀ ਦਾ ਰੱਖੋ। ਗੁਰੂ ਸਾਹਿਬ ਨੇ ਸਾਨੂੰ ਸੇਧ ਕੀਤੀ ਸੀ ਰਮਜਦੇਵਾਂ, ਜਿਸ ਵੇਲੇ ਨਾ ਗੁਰਬਾਣੀ ਦਾ ਸਰੂਪ ਤਿਆਰ ਹੋ ਗਿਆ, ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾ ਕੇ ਲਿਖਾਇਆ ਨਾ ਪਹਿਲਾਂ, 5ਵੇਂ ਪਾਤਸ਼ਾਹ ਜੀ ਨੂੰ ਬਾਣੀ ਜਿਸ ਵੇਲੇ ਲਿਖਾਈ ਦਾ ਕੰਮ ਸੰਪੂਰਨ ਹੋ ਗਿਆ, 5ਵੇਂ ਪਾਤਸ਼ਾਹ ਜੀ ਕਹਿੰਦੇ ਅਸੀਂ ਕਿਸੇ ਨੁਕਤੇ ਦੇ ਉੱਤੇ ਨਾ ਵਿਚਾਰ ਕਰਨੀ ਹੈ, ਅਤੇ ਕੁਝ ਸਮਾਂ ਸਾਡੇ ਕੋਲ ਕੋਈ ਆਵੇ ਨਾ, ਤੁਸੀਂ ਸੰਗਤ ਨੂੰ ਰੋਕ ਲਓ। ਚਲੋ ਕੁਝ ਸਮਾਂ ਸੇਵਾਦਾਰਾਂ ਨੇ ਸੰਗਤ ਨੂੰ ਰੋਕਤਾ, ਥੋੜ੍ਹੇ ਕੁ ਸਮੇਂ ਵਾਸਤੇ 5ਵੇਂ ਪਾਤਸ਼ਾਹ ਜੀ ਕਹਿੰਦੇ ਭਾਈ ਆ ਜਾਓ। ਜੋ ਸੰਗਤਾਂ ਪਹੁੰਚੀਆਂ ਅਤੇ ਸੰਗਤਾਂ ਨੇ ਪੁੱਛ ਲਿਆ, ਪਾਤਸ਼ਾਹ ਜੀ ਸਾਨੂੰ ਮਾਫ਼ ਕਰ ਦੇਣਾ, ਅਸੀਂ ਪੁੱਛਦੇ ਹਾਂ ਕਿ ਤੁਸੀਂ ਜ਼ਰੂਰ ਕਿਸੇ ਗਹਿਰੇ ਮਸਲੇ ਦੇ ਉੱਤੇ ਵਿਚਾਰ ਕੀਤੀ ਹੈ, ਅਤੇ ਸਾਨੂੰ ਵੀ ਸੋਝੀ ਦੇਣ ਦੀ ਕਿਰਪਾ ਕਰੋ, ਤਾਂ ਕਿ ਸਾਨੂੰ ਵੀ ਵਿਚਾਰ ਕਰਨ ਦਾ ਚੱਜ ਆ ਜਾਵੇ। ਜ਼ਰੂਰੀ ਉਹ ਕੋਈ ਬਹੁਤ ਮਹੱਤਵਪੂਰਨ ਮਸਲਾ ਹੋਣਾ ਜਿਹਦੇ ਤੁਸੀਂ ਇੰਨਾ ਚਿੰਤਨ ਕੀਤਾ। ਇਹ ਤਾਂ ਆਪਾਂ ਨੂੰ ਸਿਖਾਉਣ ਵਾਸਤੇ ਸੀ ਨਾ ਗੁਰੂ ਦਾ, ਯਾਨੀ ਕਿ ਇੱਕ ਆਪਾਂ ਕਹਿ ਲਓ ਵੀ ਜੋ ਸਿਖਾਉਣਾ ਹੁੰਦਾ ਕਮਾਂਡਰ ਨੂੰ ਕਰਕੇ ਦਿਖਾਉਣਾ ਪੈਂਦਾ। ਜਿਸ ਵੇਲੇ ਇਹਨਾਂ ਪੁੱਛਿਆ, ਗੁਰੂ ਸਾਹਿਬ ਕਹਿੰਦੇ ਅਸੀਂ ਗ੍ਰੰਥੀ ਦੇ ਮਸਲੇ 'ਤੇ ਵਿਚਾਰ ਕਰ ਰਹੇ ਸੀ। ਭਾਵੇਂ ਮਸਲਾ ਵਿਚਾਰਨ ਦਾ ਹੈ, ਇਹ ਮਸਲਾ ਵਿਚਾਰਨ ਦਾ ਹੈ। ਸੰਗਤਾਂ ਕਹਿੰਦੀਆਂ ਪਾਤਸ਼ਾਹ ਜੀ ਫਿਰ ਕੀ ਵਿਚਾਰ ਕੀਤੀ? ਕਹਿੰਦੇ ਅਸੀਂ ਵਿਚਾਰ ਕੀਤੀ ਹੈ, ਆ ਨਾ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਤੋਂ ਵੇਲੇ ਗੁਰੂ ਘਰ 'ਚ ਆਏ ਹੈ, ਇਹਨਾਂ ਨੂੰ ਪਤਾ ਹੈ ਗੁਰਬਾਣੀ ਨੇ ਕਿਵੇਂ ਮਨੁੱਖਤਾ ਨੂੰ ਉਤਾਰਿਆ, ਇਹਨਾਂ ਨੂੰ ਗੁਰਬਾਣੀ ਦਾ ਅਰਥ ਬੋਧ ਹੈ, ਇਹਨਾਂ ਦੇ ਅੰਦਰ ਬਾਣੀ ਦਾ ਸਤਿਕਾਰ ਹੈ, ਇਹ ਗੁਰਬਾਣੀ ਦੇ ਜਾਣਕਾਰ ਹੈ। ਫਿਰ ਗ੍ਰੰਥੀ ਉਹੀ ਹੋਵੇ ਨਾ ਜਿਹੜਾ ਗ੍ਰੰਥ ਦਾ ਜਾਣਕਾਰ ਹੋਵੇ। ਗੁਰੂ ਸਾਹਿਬ ਕਹਿੰਦੇ ਅਸੀਂ ਗਹਿਰੇ ਚਿੰਤਨ ਵਿੱਚੋਂ ਇਹ ਵਿਚਾਰ ਕੀਤੀ ਹੈ ਕਿ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ ਜਾਵੇ। ਬੋਲੋ ਸਤਨਾਮ। ਭਾਵ ਸਾਨੂੰ ਕੀ ਗੁਰੂ ਜੀ ਦੇਗੇ ਵੀ ਇਸ ਮਸਲੇ 'ਤੇ ਵਿਚਾਰ ਕਰਨੀ ਹੈ।
ਇਹ ਵਿਚਾਰਯੋਗ ਮਸਲਾ ਹੈ, ਕਿਉਂਕਿ ਗੁਰੂ ਘਰ ਤੋਂ ਸਹੀ ਜਾਣਕਾਰੀ ਮਿਲੇ, ਸਹੀ ਜਾਣਕਾਰੀ ਮਿਲੇ ਅਤੇ ਸਹੀ ਸਤਿਕਾਰ ਮਿਲੇ। ਰਹੋ ਵਿਚਾਰ। ਇਸ ਕਰਕੇ ਜੋ ਵੀ ਗੁਰੂ ਘਰ ਯਾਨੀ ਕਿ ਡਿਊਟੀ, ਪੱਕੇ ਸੇਵਾਦਾਰ, ਉਹ ਯਾਨੀ ਕਿ ਸੋਚ ਵਿਚਾਰ ਕੇ ਤਾਂ ਇਹ ਫਿਰ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਜੋ ਇਹ ਯਾਨੀ ਕਿ ਗੁਰੂ ਪਿਆਰ ਵਾਲੇ ਹੋਣ, ਗੁਰੂ ਪਿਆਰ ਵਾਲੇ ਹੋਣ। ਠੀਕ ਹੈ, ਜ਼ਿੰਮੇਵਾਰੀ ਨਾਲ ਸੰਸਥਾਵਾਂ ਦੇ ਕੰਮ ਚੱਲਦੇ ਆ, ਕੋਈ ਸ਼ੱਕ ਨਹੀਂ। ਮੁੱਖ ਸੇਵਾਦਾਰ ਮੂਹਰੇ ਹੋ ਕੇ ਸੇਵਾ ਕਰੇ, ਅਗਵਾਈ ਦੇਵੇ। ਸੈਕਟਰੀ ਗੁਰੂ ਘਰ ਦਾ ਯਾਨੀ ਕਿ ਜੋ ਰਜਿਸਟਰ ਦੀ ਕਾਰਵਾਈ, ਹਿਸਾਬ ਕਿਤਾਬ ਜੋ ਸਾਰਾ ਕਾਇਮ ਰੱਖੇ। ਖਜ਼ਾਨਚੀ ਗੁਰੂ ਘਰ ਦਾ ਇੱਕ ਇੱਕ ਪੈਸੇ ਦੀ ਸਹੀ ਸੰਭਾਲ ਕਰੇ। ਇੱਦਾਂ ਯਾਨੀ ਕਿ ਡਿਊਟੀ ਹੈ, ਸੇਵਾ ਭਾਵ ਹੈ, ਇਹਨੂੰ ਅਹੁਦਾ ਭਾਵ ਦੇ ਵਿੱਚ ਨਾ ਰੱਖਿਆ ਜਾਵੇ। ਇਹ ਕੀ ਹੈ? ਸੇਵਾ ਭਾਵ। ਚਲੋ ਇਹ ਖੁਸ਼ੀ ਹੈ ਵੀ ਇੱਥੇ ਸੇਵਾ ਭਾਵ 'ਚ ਗੱਲ ਚੱਲ ਰਹੀ ਹੈ। ਕੱਲ੍ਹ ਵੀ ਮੈਨੂੰ ਦੱਸ ਰਹੇ ਸੀ ਵੀਰ ਵੀ ਇੱਥੇ ਕਦੇ ਵੀ ਯਾਨੀ ਕਿ ਕੋਈ ਕਮੇਟੀ ਦਾ ਰੌਲਾ, ਕੋਈ ਪ੍ਰਧਾਨਗੀ ਦਾ ਰੌਲਾ, ਕੋਈ ਇੱਦਾਂ ਨਹੀਂ ਪਿਆ। ਕੱਲ੍ਹ ਮੈਨੂੰ ਦੱਸਿਆ ਸੀ, ਮੈਂ ਕਿਹਾ ਚਲੋ ਖੁਸ਼ੀ ਦੀ ਗੱਲ ਹੈ, ਕੋਈ ਹਰਿਆ ਬੂਟਰ ਇਹੋ ਜਿਹੀ ਕੋਈ ਝਗੜੇ ਤੋਂ ਬਚੀ ਹੈ, ਗੱਲ ਬਹੁਤ ਖੁਸ਼ੀ ਹੈ। ਨਹੀਂ ਕਈ ਥਾਵਾਂ 'ਤੇ ਤਾਂ ਪ੍ਰਧਾਨਗੀ ਵਾਸਤੇ ਡਾਂਗਾਂ ਖੜਕਦੀਆਂ, ਡਾਂਗਾਂ। ਗੁਰੂ ਘਰ ਦੇ ਵਿੱਚ ਲੜਾਈ ਝਗੜਾ ਮਹਾ ਪਾਪ ਹੈ। ਜਿੱਥੋਂ ਤੱਕ ਹੋ ਸਕੇ ਝਗੜੇ ਨੂੰ ਅਵੋਇਡ ਕਰੋ। ਆਹ ਸਿੱਖਿਆ ਦਿੱਤੀ ਹੈ ਸਾਨੂੰ। ਭਲਾ ਕਿਵੇਂ? ਦਾਤੂ ਨੂੰ ਚੁੱਕ ਦਿੱਤਾ ਕੁਝ, ਯਾਨੀ ਕਿ ਧਰਮ ਦੇ ਠੇਕੇਦਾਰਾਂ ਨੇ ਚੁੱਕ ਦਿੱਤਾ। ਚੁੱਕ ਬੁੜੀ ਹੁੰਦੀ ਹੈ, ਚੁੱਕਤਾ। ਚੁੱਕਿਆ ਹੋਇਆ ਦਾਤੂ ਇਹ ਦੂਜੇ ਪਾਤਸ਼ਾਹ ਜੀ ਦਾ ਪੁੱਤਰ ਹੈ ਨਾ, ਚੁੱਕਿਆ ਚਕਾਇਆ ਆਇਆ, ਤੀਜੇ ਪਾਤਸ਼ਾਹ ਜੀ ਦੇ ਲੱਤ ਮਾਰੀ ਅਤੇ ਸਟੇਜ ਤੋਂ ਥੱਲੇ ਸੁੱਟ ਦਿੱਤਾ। ਤੀਜੇ ਪਾਤਸ਼ਾਹ ਜੀ ਯਾਨੀ ਕਿ ਕੀ ਕੀਤਾ? ਉਹਦੀ ਲੱਤ ਨੂੰ ਹੀ ਘੁੱਟਣ ਲੱਗ ਪਈ ਵੀ ਦੇਖਾਂ ਕਿਤੇ ਮੇਰੇ ਬੁੱਢੇ ਦਾ ਤੇਰੇ ਹੱਡ ਤਾਂ ਨਹੀਂ ਵੱਜਿਆ। ਉਹਦਾ ਭਾਵ ਅਰਥ ਗਹਿਰਾ ਹੈ ਕਿ ਗੁਰੂ ਘਰ ਲੜਾਈ ਝਗੜੇ ਨੂੰ ਟਾਲਣ ਦੀ ਕੋਸ਼ਿਸ਼ ਕਰੋ। ਬੋਲੋ ਸਤਨਾਮ। ਦੇਖ ਲਓ ਤੁਸੀਂ, ਕੋਸ਼ਿਸ਼ ਕਰੋ। ਉਹਨੂੰ ਵੀ ਲੱਤ ਮਾਰਨ ਵਾਲੇ ਨੂੰ ਵੀ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਯਾਨੀ ਕਿ ਸਿੱਖਿਆ ਸੀ। ਕੋਸ਼ਿਸ਼ ਕਰੋ ਧਰਮ ਦੇ ਸਥਾਨ ਦੇ ਉੱਤੇ ਲੜਾਈ ਝਗੜਾ ਨਾ ਹੋਵੇ, ਜਿੱਥੋਂ ਤੱਕ ਹੋ ਸਕੇ। ਜਿੱਥੋਂ ਤੱਕ ਹੋ ਸਕੇ। ਆਪਾਂ ਕਹਿੰਦੇ ਵੀ ਕਈ ਵਾਰੀ ਹੱਦ ਹੋ ਜਾਂਦੀ, ਵੱਖਰੀ ਗੱਲ ਹੈ। ਚਲੋ ਰਹੋ ਵਿਚਾਰ। ਇੱਦਾਂ ਗੱਲ ਚੱਲੀ ਸੀ ਕਿ ਆਪਾਂ ਜੇ ਗੁਰੂ ਘਰ ਦੀ ਗੱਲ ਕੀਤੀ ਹੈ, ਸੋ ਇੱਦਾਂ ਜ਼ਿੰਮੇਵਾਰ ਸੱਜਣ ਠੀਕ ਢੰਗ ਨਾਲ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਤਾਂ ਪ੍ਰਬੰਧਕ ਸੱਜਣ ਸਤਿਕਾਰਯੋਗ ਹੈ, ਪਰ ਉਹ ਆਪਣੇ ਸੇਵਾ ਭਾਵ ਦੇ ਵਿੱਚ ਵਿਚਰਨ, ਅੱਛੀ ਗੱਲ ਹੈ। ਫਿਰ ਗੁਰੂ ਘਰ ਦੇ ਵਿੱਚ ਇੱਕ ਨੁਕਤਾ ਰਹਿ ਗਿਆ, ਉਹ ਵੀ ਮੈਂ ਪੂਰਾ ਕਰ ਦੇਵਾਂ। ਜਿਸ ਤਰ੍ਹਾਂ ਕਿ ਕੜਾਹ ਪ੍ਰਸ਼ਾਦ ਹੈ, ਪ੍ਰਸ਼ਾਦ ਦਾ ਵਿਸ਼ਾ ਵੀ ਆਪਾਂ ਲੈ ਲਈਏ ਸੰਖੇਪ ਦੇ ਵਿੱਚ। ਪਹਿਲੀ ਗੱਲ ਤਾਂ ਗੁਰੂ ਦਰ 'ਤੇ ਕੜਾਹ ਪ੍ਰਸ਼ਾਦ ਦਰ ਪ੍ਰਵਾਨ ਹੈ। ਦਰ ਪ੍ਰਵਾਨ ਦਾ ਅਰਥ ਆਪ ਜੀ ਸਮਝ ਗਏ ਵੀ ਕੜਾਹ ਪ੍ਰਸ਼ਾਦ ਤੋਂ ਬਿਨਾਂ ਕੋਈ ਵੀ ਹੋਰ ਆਈਟਮ ਪ੍ਰਸ਼ਾਦ ਦੇ ਤੌਰ 'ਤੇ ਪ੍ਰਵਾਨ ਨਹੀਂ। ਗੁਰੂ ਘਰ ਦੇ ਵਿੱਚ ਕੋਈ ਲੱਡੂ ਪ੍ਰਸ਼ਾਦ ਨਹੀਂ, ਕੋਈ ਮਿਸ਼ਰੀ ਪ੍ਰਸ਼ਾਦ ਨਹੀਂ, ਕੋਈ ਕੇਲਾ ਪ੍ਰਸ਼ਾਦ ਨਹੀਂ, ਕੋਈ ਸੇਬ ਪ੍ਰਸ਼ਾਦ ਨਹੀਂ, ਕੋਈ ਛੋਲੇ ਪ੍ਰਸ਼ਾਦ ਨਹੀਂ। ਗੁਰੂ ਘਰ ਦੇ ਵਿੱਚ ਕੇਵਲ ਕੜਾਹ ਪ੍ਰਸ਼ਾਦ ਦਰ ਪ੍ਰਵਾਨ ਹੈ। ਪ੍ਰਸ਼ਾਦ ਬਣਦਾ ਕਿਵੇਂ ਹੈ? ਪਹਿਲਾਂ ਆਨੰਦ ਸਾਹਿਬ ਦਾ ਪਾਠ ਹੁੰਦਾ, ਠੀਕ ਹੈ ਜੀ। ਫਿਰ ਪ੍ਰਵਾਨਗੀ ਵਾਸਤੇ ਅਰਦਾਸ ਹੁੰਦੀ ਹੈ, ਹੁਕਮਨਾਮੇ ਦੀ ਮੋਹਰ ਲੱਗਦੀ ਹੈ, ਸ੍ਰੀ ਸਾਹਿਬ ਕਾਊਂਟਰ ਸਾਈਨ ਹੁੰਦਾ, ਭਾਵ ਪ੍ਰਵਾਨਗੀ ਹੈ ਵਰਤਾਓ। ਮਿਸ਼ਰੀ ਨੂੰ ਕੋਈ ਸ੍ਰੀ ਸਾਹਿਬ ਭੇਟ ਨਹੀਂ ਹੁੰਦੀ, ਛੋਲਿਆਂ ਨੂੰ, ਕਿਸੇ ਵੀ ਚੀਜ਼ ਨੂੰ ਨਾ। ਬਾਕੀ ਗੁਰੂ ਕੇ ਲੰਗਰ ਦੀਆਂ ਆਈਟਮਾਂ ਹੋ ਸਕਦੀਆਂ, ਛੋਲਿਆਂ ਦੀ ਸਬਜ਼ੀ ਬਣਾਈ ਜਾ ਸਕਦੀ ਹੈ, ਕੋਈ ਛੋਲੇ ਮਾੜੀ ਚੀਜ਼ ਨਹੀਂ। ਕਿਸੇ ਦੇ ਵਿਆਹ ਸ਼ਾਦੀ ਹੈ, ਕੋਈ ਲੱਡੂ ਲਿਆਇਆ ਖੁਸ਼ੀ ਨਾਲ, ਚਲੋ ਕੋਈ ਨਹੀਂ ਪੰਗਤ 'ਚ ਵਰਤਾ ਦਿਆਂਗੇ। ਪਰ ਇੱਥੇ ਪ੍ਰਸ਼ਾਦ ਦੇ ਤੌਰ 'ਤੇ ਹੋਰ ਕੁਝ ਵੀ ਪ੍ਰਵਾਨ ਨਹੀਂ, ਸਿਰਫ ਕੜਾਹ ਪ੍ਰਸ਼ਾਦ ਦਰ ਪ੍ਰਵਾਨ ਹੈ, ਇਹ ਪੱਕਾ। ਅਤੇ ਅੱਜ ਪ੍ਰਸ਼ਾਦ ਦਾ ਬ੍ਰਹਮਣੀਕਰਨ ਵੀ ਹੋ ਗਿਆ ਅਤੇ ਪ੍ਰਸ਼ਾਦ ਦਾ ਵਪਾਰੀਕਰਨ ਵੀ ਹੋ ਗਿਆ। ਬ੍ਰਹਮਣੀਕਰਨ ਕੀ? ਅੱਜ ਗੁਰੂ ਘਰਾਂ ਦੇ ਵਿੱਚ ਸ਼ਨਿਚਰਵਾਰ ਨੂੰ ਛੋਲੇ, ਮਾਹਾਂ ਦੀ ਦਾਲ ਆਦਿਕ ਲਿਆਈ ਜਾ ਰਹੀ ਹੈ। ਸਮਝ ਲਓ ਗੁਰੂ ਘਰ ਦੇ ਵਿੱਚ ਇਹ ਸ਼ਨੀ ਦਾ ਭਰਮ ਵਾੜਿਆ ਜਾ ਰਿਹਾ ਹੈ। ਕੋਈ ਇਹ ਕਰਦਾ ਹੈ ਤਾਂ ਉਹਨੂੰ ਪਹਿਲਾਂ ਦੱਸਣਾ ਬਣਦਾ। ਮੰਨ ਲਓ ਕੋਈ ਭੈਣ ਲੈ ਕੇ ਆ ਗਈ ਛੋਲੇ ਕਾਲੇ, ਜਾਂ ਕੋਈ ਭਾਈ, ਵੀਰ ਜੀ ਭੈਣ ਜੀ ਇਹ ਤਾਂ ਆਪਣਾ ਗੁਰੂ ਨੇ ਭਰਮ ਤੋੜ ਦਿੱਤਾ ਵੀ ਗ੍ਰਹਿ, ਇਹ ਤਾਂ ਪਖੰਡੀ ਦਾ ਭਰਮ ਜਾਲ ਹੈ, ਗ੍ਰਹਿ ਨਵਾਰੇ ਸਤਿਗੁਰੂ ਦੇ ਆਪਣਾ ਨਾਉ। ਕੋਈ ਕਿਸੇ ਨੂੰ ਸ਼ਨੀ ਤੰਗ ਨਹੀਂ ਕਰਦਾ, ਕੋਈ ਕਿਤੇ ਰਾਹੂ ਕੇਤੂ ਨਹੀਂ ਬੈਠਾ, ਇਹ ਸਿਰਫ ਪਖੰਡੀ ਦਾ ਭਰਮ ਜਾਲ ਹੈ ਲੋਕਾਂ ਨੂੰ ਲੁੱਟਣ ਵਾਸਤੇ। ਚਲੋ ਮੰਨ ਲਓ ਜੇ ਕੋਈ ਗੁਰਮਤਿ ਨੂੰ ਨਹੀਂ ਮੰਨਦਾ, ਮੰਨ ਲਓ, ਤਾਂ ਉਹਨੂੰ ਇਹ ਵੀ ਕਿਹਾ ਜਾ ਸਕਦਾ ਹੈ, ਵੀਰ ਜੀਓ ਭੈਣ ਜੀਓ ਜੇ ਤੁਸੀਂ ਗੁਰਮਤਿ ਨੂੰ ਨਹੀਂ ਮੰਨਦੇ ਤਾਂ ਆਪ ਜੀ ਸ਼ਨੀ ਮੰਦਿਰ ਵਿੱਚ ਜਾ ਕੇ ਛੋਲਿਆਂ ਦਾ ਪ੍ਰਸ਼ਾਦ ਵੰਡ ਸਕਦੇ ਹੋ, ਗੁਰਦੁਆਰੇ ਨੂੰ ਸ਼ਨੀ ਮੰਦਿਰ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਬੋਲੋ ਸਤਨਾਮ। ਅਸੀਂ ਗੁਰਦੁਆਰੇ ਨੂੰ ਸ਼ਨੀ ਮੰਦਿਰ ਨਹੀਂ ਬਣਾਉਣ ਦੇਣਾ। ਹੁਣ ਇਹ ਕਹਿਣ ਦਾ ਭਾਵ ਸਮਝੋ ਤੁਸੀਂ। ਮਨੁੱਖ, ਹਾਂ ਜੇ ਕੋਈ ਨਹੀਂ ਗੁਰਮਤਿ ਨੂੰ ਮੰਨਦਾ, ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ, ਛੋਲੇ ਲੈ ਕੇ ਸ਼ਨੀ ਮੰਦਿਰ ਚਲੇ ਜਾਓ, ਕੋਈ ਇਤਰਾਜ਼ ਨਹੀਂ ਸਾਨੂੰ। ਨਹੀਂ ਮੰਨਦੇ ਗੁਰਮਤਿ ਨੂੰ, ਹੋਰ ਕੀ ਕਹੀਏ।
ਪੀਲਾ ਪ੍ਰਸ਼ਾਦ ਮੰਗਲਵਾਰ ਨੂੰ ਬੂੰਦੀ, ਇਹ ਸਾਰਾ ਯਾਨੀ ਕਿ ਪਖੰਡਵਾਦ ਗੁਰੂ ਘਰਾਂ ਦੇ ਵਿੱਚ ਵਾੜਿਆ ਜਾ ਰਿਹਾ ਹੈ ਪ੍ਰਸ਼ਾਦ ਦੇ ਬਹਾਨੇ। ਇੱਥੇ ਕੋਈ ਮੰਗਲਵਾਰ ਨੂੰ ਬੂੰਦੀ ਦਾ ਪ੍ਰਸ਼ਾਦ ਨਹੀਂ ਵਰਤਦਾ, ਇੱਥੇ ਕੋਈ ਛੋਲੇ ਨਹੀਂ ਵਰਤਦੇ ਸ਼ਨੀਵਾਰ ਨੂੰ, ਇੱਥੇ ਕੜਾਹ ਪ੍ਰਸ਼ਾਦ ਦਾ ਪ੍ਰਵਾਨ ਹੈ। ਪ੍ਰਸ਼ਾਦ ਦੇ ਬਹਾਨੇ ਗੁਰੂ ਘਰਾਂ ਦੇ ਵਿੱਚ ਬ੍ਰਾਹਮਣਿਜ਼ਮ ਨਾ ਵਾੜੋ। ਇਹ ਬੜੀਆਂ ਬਰੀਕ ਗੱਲਾਂ ਹੁੰਦੀਆਂ, ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਤੇ ਦੂਸਰਾ, ਪ੍ਰਸ਼ਾਦ ਦਾ ਵਪਾਰੀਕਰਨ ਕੀਤਾ ਕਿਹਨੇ? ਬਾਬਿਆਂ ਨੇ। ਅਤੇ ਨਾਲ ਪ੍ਰਸ਼ਾਦ ਦੀ ਪੈਕਿੰਗ ਕਰਨ ਵਾਲਿਆਂ ਨੇ। ਪ੍ਰਸ਼ਾਦ ਦੀ ਪੈਕਿੰਗ ਕੀ ਹੈ? ਪ੍ਰਸ਼ਾਦ ਦਾ ਵਪਾਰੀਕਰਨ, ਕਿਉਂ ਪ੍ਰਸ਼ਾਦ ਪੈਕ ਨਹੀਂ ਹੋ ਸਕਦਾ। ਆ ਪੰਜੀਰੀ ਪ੍ਰਸ਼ਾਦ ਜਾਂ ਹੋਰ ਕਈ ਨਾ, ਪ੍ਰਸ਼ਾਦ ਪੈਕ ਨਹੀਂ ਹੋ ਸਕਦਾ, ਯਾਦ ਰੱਖਿਓ ਜੀ। ਇੱਕ ਗੱਲ ਹੋਰ ਸੁਣ ਲਿਓ, ਪ੍ਰਸ਼ਾਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਮਿਲਦਾ ਹੈ। ਉਹ ਆਪਾਂ ਸਮਝ ਲਿਆ ਕੜਾਹ ਪ੍ਰਸ਼ਾਦ ਦਾ ਸਥਾਨ ਨਾਲ ਕੋਈ ਸੰਬੰਧ ਨਹੀਂ। ਕਈ ਵਾਰ ਕਹਿੰਦੇ ਨਹੀਂ ਫਲਾਣੇ ਥਾਂ ਦਾ ਪ੍ਰਸ਼ਾਦ, ਇਹ ਫਲਾਣੇ ਥਾਂ ਦਾ ਪ੍ਰਸ਼ਾਦ, ਇਹ ਫਲਾਣੇ ਥਾਂ ਦਾ ਪ੍ਰਸ਼ਾਦ। ਨਹੀਂ ਜੀ, ਪ੍ਰਸ਼ਾਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚੋਂ ਮਿਲਦਾ। ਗੁਰੂ ਗ੍ਰੰਥ ਸਾਹਿਬ ਜੀ ਸਾਰੇ, ਗੋਇੰਦਵਾਲ ਸਾਹਿਬ ਵੀ ਉਹੀ ਗੁਰੂ ਗ੍ਰੰਥ ਸਾਹਿਬ ਜੀ ਹੈ ਕਿ ਬਾਖਾਂ ਦੱਸ ਦਿਓ ਜੀ ਤੁਸੀਂ। ਤਾਂ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਗੁਰੂ ਗ੍ਰੰਥ ਸਾਹਿਬ ਜੀ ਉਹੀ ਹੈ, ਅਨੰਦਪੁਰ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ ਜੀ ਉਹੀ ਹੈ। ਪ੍ਰਸ਼ਾਦ ਗੁਰੂ ਦੀ ਹਜ਼ੂਰੀ 'ਚੋਂ ਮਿਲਦਾ। ਗੁਰੂ ਇੱਕ ਹੈ, ਪਰ ਗੁਰੂ ਬਹੁਤ ਸਰੂਪੀ ਹੈ। ਗੁਰੂ ਇੱਕ ਹੈ। ਪ੍ਰਸ਼ਾਦ ਅਸਥਾਨ ਦਾ ਨਹੀਂ ਹੁੰਦਾ, ਪ੍ਰਸ਼ਾਦ ਗੁਰੂ ਦਾ ਹੁੰਦਾ ਹੈ। ਬੋਲੋ ਸਤਿਨਾਮ। ਇਹ ਗੱਲ ਨੂੰ ਸਮਝੋ। ਪ੍ਰਸ਼ਾਦ ਦੀ ਪੈਕਿੰਗ ਨਹੀਂ ਹੁੰਦੀ। ਅਤੇ ਬਾਬਿਆਂ ਨੇ ਪ੍ਰਸ਼ਾਦ ਦਾ ਯਾਨੀ ਕਿ ਵਪਾਰੀਕਰਨ ਕਿਸ ਤਰ੍ਹਾਂ ਕੀਤਾ? ਕਿਉਂਕਿ ਕੜਾਹ ਪ੍ਰਸ਼ਾਦ ਪਰ ਨੂੰ ਆਪਾਂ ਸਮਝ ਲਏ। ਅਤੇ ਹੁਣ ਇੱਕ ਗੱਲ ਹੋਰ ਕਹਾਂ, ਪ੍ਰਸ਼ਾਦ ਕਿੱਥੋਂ ਮਿਲਦਾ? ਜਵਾਬ ਮਿਲ ਗਿਆ ਤੁਹਾਨੂੰ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚੋਂ। ਠੀਕ ਹੈ ਜੀ। ਅਤੇ ਜਿਹੜੇ ਬਾਬੇ ਕਮਰਿਆਂ 'ਚ ਬੈਠ ਕੇ ਸੇਵ ਮਿਸ਼ਰੀਆਂ ਦਿੰਦੇ ਹੈ, ਉਹਨੂੰ ਪ੍ਰਸ਼ਾਦ ਨਾ ਕਿਹਾ ਕਰੋ, ਸੇਵ ਮਿਸ਼ਰੀ ਕਿਹਾ ਕਰੋ। ਉਹ ਕੀ ਹੈ? ਠੀਕ ਹੈ, ਡੇਰੇ ਦੇ ਚੇਲੇ ਕੀ ਕਹਿੰਦੇ? ਇਹਨੂੰ ਬਾਬੇ ਦੇ ਚੇਲੇ ਹੁੰਦੇ ਨੇ, ਗੁਰੂ ਦੇ ਸਿੱਖ ਨਹੀਂ ਹੁੰਦੇ। ਉਹ ਕੀ ਕਹਿੰਦੇ ਬਾਬੇ ਦੇ ਚੇਲੇ? ਬਾਬਾ ਜੀ ਤੋਂ ਪ੍ਰਸ਼ਾਦ ਲੈ ਲਓ ਕਮਰੇ 'ਚ ਬੈਠ, ਕਿਉਂਕਿ ਸਿੱਧਾ ਤਾਂ ਕਹਿ ਨਹੀਂ ਸਕਦੇ ਵੀ 150 ਟੇਕ ਲਓ। ਉਹਨਾਂ ਨੂੰ ਪਤਾ ਕਮਰੇ 'ਚ ਜਾਣਗੇ ਤਾਂ 150 ਤਾਂ ਟੇਕਣਗੇ। ਉਹ ਢੌਂਗ ਰਚਿਆ ਹੋਇਆ ਕਮਰੇ 'ਚ ਬੈਠ ਕੇ ਮੱਥੇ ਟਿਕਾਉਣ ਦਾ। ਇੱਧਰ ਮਿਸ਼ਰੀ ਰੱਖੀ ਬੈਠਾ, ਇੱਧਰ ਟੋਕਰੀ 'ਚ ਸੇਬ ਪਾਈ ਬੈਠਾ। ਉਹ ਵੀ ਜਿਹੜੇ ਤੁਸੀਂ ਨਾ ਦਿਲ ਹੋਵੇ ਉਹੀ ਖੋਲ੍ਹ ਕੇ ਪਾਏ ਆ। ਬਾਬਾ ਕਿੱਥੋਂ ਲਿਆਇਆ ਸੇਬ? ਉਹ ਵੀ ਤੁਹਾਡੇ ਵਾਲੀ ਖੋਲ੍ਹ ਕੇ ਪਾਏ ਹੋਏ ਐ, ਤੁਹਾਡੇ ਵਾਲੀ ਨੇ ਉਹ ਵੀ ਕੇਲੇ ਸੇਬ ਸਾਰੇ। ਫਿਰ ਕੋਈ ਚਲਿਆ ਗਿਆ ਅੰਦਰ, ਵਾ ਕਿਸੇ ਨੂੰ ਸੇਬ ਫੜਾਤਾ, ਕਿਸੇ ਨੂੰ ਮਿਸ਼ਰੀ ਦਾ ਪੈਕਟ ਫੜਾਤਾ, ਬਸ ਸਿਰ ਜਾ ਪਲੂਸਤਾ, ਜਵਾਕ ਦੇ ਥੋੜ੍ਹਾ ਜਿਹਾ ਲਾਤਾ, ਅੱਖ ਪੋਲੜ ਜਾ ਕਮੀ 'ਚ ਪੜ੍ਹਦਾ, ਭਾਈ ਬੀਬਾ ਰਾਜੀਆਂ, ਭਾਈ ਬੀਬਾ ਇੱਦਾਂ ਕਰਤਾ। ਸਿੱਖ ਨੂੰ 2 ਗੱਲਾਂ ਮਾਰ ਲਈਆਂ, ਬਸ ਇੱਦਾਂ ਹੋ ਗਿਆ। ਇਹ ਕੀ ਹੈ? ਇਹ ਢੌਂਗ ਰਚਿਆ ਹੋਇਆ ਆਪਣੇ ਆਪ ਨੂੰ ਮੱਥੇ ਟਿਕਾਉਣ ਦਾ। ਪ੍ਰਸ਼ਾਦ ਬਾਬਿਆਂ ਦੇ ਕਮਰਿਆਂ 'ਚੋਂ ਨਹੀਂ ਮਿਲਦਾ, ਪ੍ਰਸ਼ਾਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚੋਂ ਮਿਲਦਾ ਹੈ। ਅਤੇ ਸੁਚੇਤ ਹੋ ਜੋ ਸਾਰੀਆਂ ਮਾਈਆਂ, ਭੈਣਾਂ, ਧੀਆਂ, ਵੀਰ, ਬਜ਼ੁਰਗ, ਪਰਨ ਕਰਕੇ ਜਾਇਓ ਕਿ ਅੱਜ ਤੋਂ ਬਾਅਦ ਅਸੀਂ ਪ੍ਰਸ਼ਾਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚੋਂ ਲਵਾਂਗੇ, ਕੇਵਲ ਕੜਾਹ ਪ੍ਰਸ਼ਾਦ ਦਾ ਪ੍ਰਵਾਨ। ਅੱਜ ਤੋਂ ਬਾਅਦ ਅਸੀਂ ਕਿਸੇ ਬਾਬੇ ਦੇ ਕਮਰੇ ਵਿੱਚੋਂ ਕੇਲਾ, ਸੇਬ ਜਾਂ ਲੱਡੂ, ਮਿਸ਼ਰੀ ਨਹੀਂ ਲਵਾਂਗੇ। ਆਪਣੇ ਮਨ 'ਚ ਹੀ ਪ੍ਰਣ ਕਰ ਲਓ, ਹੱਥ ਖੜ੍ਹੇ ਕਰਨ ਵਾਲੀ ਗੱਲ ਨਹੀਂ ਹੁੰਦੀ। ਮਨ 'ਚ ਹੀ ਕਰ ਲਓ ਪ੍ਰਣ, ਪ੍ਰਸ਼ਾਦ ਗੁਰੂ ਦੀ ਹਜ਼ੂਰੀ 'ਚੋਂ ਮਿਲਦਾ ਹੈ। ਇਹ ਬਾਬਿਆਂ ਨੇ ਵਪਾਰੀਕਰਨ ਕੀਤਾ ਪ੍ਰਸ਼ਾਦ ਦਾ। ਕੇਲਾ ਪ੍ਰਸ਼ਾਦ ਹੁੰਦਾ, ਸੇਬ ਪ੍ਰਸ਼ਾਦ ਹੁੰਦਾ ਨਾ। ਹਾਂ, ਕੋਈ ਕੇਲੇ ਲਿਆਇਆ, ਗੁਰੂ ਕੇ ਲੰਗਰ 'ਚ ਪੰਗਤ 'ਚ ਵਰਤਾ ਦੇਵਾਂਗੇ ਸਾਰੀ ਸੰਗਤ ਨੂੰ। ਜੇ ਘੱਟ ਹੈ ਤਾਂ ਚਲੋ ਕੱਟ ਕੇ ਵਰਤਾ ਦਿਆਂਗੇ, ਸੇਬ ਵਰਤਾ ਦਿਆਂਗੇ ਪੰਗਤ 'ਚ। ਇਹ ਨਹੀਂ ਵੀ ਕਮਰੇ ਦੇ ਵਿੱਚੋਂ ਤੁਸੀਂ ਕੇਲਾ ਸੇਬ ਲੈਣਾ ਪ੍ਰਸ਼ਾਦ ਦੇ ਤੌਰ 'ਤੇ। ਅਤੇ ਕਸੂਰ ਤੁਹਾਡਾ ਵੀ ਨਾਲ ਹੈ, ਕਿਉਂਕਿ ਜੇ ਤੁਸੀਂ ਜਾਣੀ ਕਿ ਸੁਚੇਤ ਹੋ ਜਾਵੋ ਤਾਂ ਗੱਲ ਠੀਕ ਹੈ। ਅਤੇ ਨਹੀਂ ਤਾਂ ਕਈ ਸਾਡੀਆਂ ਮਾਵਾਂ ਭੈਣਾਂ ਨੂੰ ਵੀ ਮੈਨੂੰ ਲਾਂਭਾ ਦੇਣਾ ਪੈਣਾ ਮਿੱਠਾ ਜਿਹਾ, ਗੁਰੂ ਸਾਹਿਬ ਦੀ ਹਜ਼ੂਰੀ 'ਚੋਂ ਮਿਲੇ ਪ੍ਰਸ਼ਾਦ 'ਤੇ ਸਬਰ ਨਹੀਂ ਆਉਂਦਾ। ਕਹਿੰਦੇ ਨਹੀਂ ਜੀ, ਬਾਬਾ ਜੀ ਤੋਂ ਕਮਰੇ 'ਚੋਂ ਸੇਬ ਲੈਣਾ ਹੈ, ਬਾਬਾ ਜੀ ਤੋਂ ਕਮਰੇ 'ਚੋਂ ਮਿਸ਼ਰੀ ਲੈਣੀ ਹੈ, ਬਾਬਾ ਜੀ ਤੋਂ ਪ੍ਰਸ਼ਾਦ ਲੈਣਾ। ਕਮਾਲ ਦੀ ਗੱਲ ਹੈ। ਪ੍ਰਸ਼ਾਦ ਬਾਬੇ ਦਾ ਕਿ ਗੁਰੂ ਦਾ? ਇਸ ਕਰਕੇ ਇਹ ਪ੍ਰਸ਼ਾਦ ਦੇ ਨਾਲ ਹੀ ਕਿੰਨਾ ਕੁਛ ਆ ਗਿਆ। ਅਤੇ ਇੱਕ ਹੋਰ ਸਮਝ ਲਿਓ, ਪ੍ਰਸ਼ਾਦ ਦੇ ਪਿੱਛੇ ਕਨਸੈਪਟ ਕੀ ਹੈ? ਗੱਲ ਰਹਿ ਗਈ ਸੀ। ਸਿਧਾਂਤ ਕੀ ਹੈ? ਪਰਮਾਤਮਾ ਜੀ ਦਾ ਨਾਂ ਲੈ ਕੇ ਵੰਡ ਕੇ ਛਕਣਾ ਸਿੱਖ ਜਾਈਏ। ਇਹ ਨਹੀਂ ਵੀ ਅਸੀਂ ਪਰਮਾਤਮਾ ਨੂੰ ਪ੍ਰਸ਼ਾਦ ਛਕਾਉਣੇ ਹੈ। ਨਾ 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 ਨਾ, ਭੋਗ ਲਾਉਣ ਦਾ ਕੋਈ ਢੰਗ ਨਹੀਂ ਇੱਥੇ। ਇਹ ਕਨਸੈਪਟ ਹੀ ਹੈ ਨਹੀਂ, ਦਰ ਪ੍ਰਵਾਨ ਹੋਵੇ ਨਾ। ਪਰਮਾਤਮਾ ਦਾ ਨਾਂ ਲੈ ਕੇ ਵੰਡ ਕੇ ਛਕਣਾ ਸਿੱਖ ਜਾਈਏ। ਭੋਗ ਕਦੋਂ ਲੱਗਦਾ? ਵਿੱਚ ਸੰਗਤ ਹਰ ਪ੍ਰਭ ਬਸੈ ਜੀਓ ਸਾਡੇ ਅੰਦਰ ਬੈਠ ਕੇ ਛਕਦਾ। ਉਹਦਾ ਨਾਂ ਲੈ ਕੇ ਵੰਡ ਕੇ ਛਕਣਾ ਸਿੱਖ ਜਾਈਏ। ਅਤੇ ਇਹ ਐਵੇਂ ਕਹਾਣੀਆਂ ਹੁੰਦੀਆਂ ਜੀ, ਗੁਰੂ ਗ੍ਰੰਥ ਸਾਹਿਬ 50 ਗ੍ਰਾਮ ਪ੍ਰਸ਼ਾਦ ਛਕ ਗਏ, 50 ਗ੍ਰਾਮ ਘਟ ਗਿਆ। ਨਾ, ਗਰਮ ਰੱਖਿਆ ਹੋਊਗਾ, ਪਾਣੀ ਭਾਵ ਬਣ ਕੇ ਉੱਡ ਗਿਆ ਹੋਣਾ 50 ਗ੍ਰਾਮ। ਕੋਈ ਠੰਡਾ ਕਰਕੇ ਰੱਖਿਆ ਜੇ ਘਟਾ ਕੇ ਦਿਖਾਵੇ, ਸਾਡਾ ਚੈਲੰਜ ਹੈ। ਹਾਂ, ਗਰਮ ਰੱਖਿਆ ਹੋਣਾ, ਬਾਸਪੀਕਰਨ ਹੁੰਦਾ ਨਾ, ਭਾਵ 50 ਗ੍ਰਾਮ ਠੀਕ ਹੈ ਵੀ ਉੱਡ ਗਿਆ। ਪਾਣੀ ਦਾ ਵੇਟ ਹੁੰਦਾ ਨਾ, ਭਾਵ ਦਾ ਵੀ ਵੇਟ ਹੁੰਦਾ ਨਾ, ਠੀਕ ਹੈ ਘਟ ਗਿਆ ਹੋਊਗਾ। ਇੱਦਾਂ ਠੰਡਾ ਕਰਕੇ ਰੱਖੋ, ਦਿਖਾਓ ਘਟਾ ਕੇ। ਇੱਥੇ ਕਰਮਕਾਂਡਾਂ ਨੂੰ ਕੋਈ ਥਾਂ ਨਹੀਂ ਕਹਿਣ ਦਾ ਭਾਵ। ਕਈ ਬਾਬਿਆਂ ਨੇ ਕੀ ਬਣਾਤਾ? ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਪਰਦੇ ਵਿੱਚ ਪੰਜੀਰੀ ਛਕਦੇ ਹੈ। ਹੈਂ, ਪਰਦੇ ਵਿੱਚ? ਜਿਵੇਂ ਪੁਜਾਰੀ ਕਹਿੰਦਾ ਸੀ ਨਾ, ਮੰਦਰ ਦਾ ਬਾਣੀ 'ਚ ਲਿਖਿਆ, ਕਰ ਪੰਜੀਰ ਖਵਾਇਓ ਚੋਰ।
ਮੰਤਰ ਦਾ ਪੁਜਾਰੀ ਕਹਿੰਦਾ ਕ੍ਰਿਸ਼ਨ ਜੀ ਨਾ ਪਰਦੇ ਵਿੱਚ ਮੈਥੋਂ ਛਕਦੇ ਆ, ਚੋਰੀਓਂ ਸੋਥੋਂ ਨਹੀਂ ਛਕਦੇ। ਅਤੇ ਫਿਰ ਉਹਨੂੰ ਕੀ ਕਹਿੰਦੇ, ਕਈ ਭੈਣ ਅੱਜ ਸਾਡੀ ਪੰਜੀਰੀ ਖਵਾ ਦਿਓ ਕ੍ਰਿਸ਼ਨ ਜੀ ਨੂੰ। ਕੋਈ ਇਹ ਕਹਿੰਦਾ ਕਿ ਵਧੀਆ ਕਾਜੂ ਬਦਾਮ ਪਾ ਕੇ ਲਿਆਉਂਦੇ, ਕਿਉਂ ਵੀ ਕ੍ਰਿਸ਼ਨ ਜੀ ਛਕਦੇ ਆ, ਕਹਿੰਦੇ ਛਕਦੇ ਚੋਰੀਓਂ ਹੈ। ਅਤੇ ਸਾਡਿਆਂ ਨੇ ਵੀ ਢੌਂਗ ਰਚ ਲਿਆ, ਕਹਿੰਦੇ ਗੁਰੂ ਨਾਨਕ ਸਾਹਿਬ ਪੰਜੀਰੀ ਛਕਦੇ ਹੈ। ਕਿਉਂਕਿ ਸਰੀਰਕ ਭੋਜਨ ਸਰੀਰ ਦੀ ਖੁਰਾਕ ਹੈ, ਆਤਮਿਕ ਸਰੂਪ ਨੂੰ ਸਥੂਲ ਭੋਜਨ ਦੀ ਲੋੜ ਨਹੀਂ, ਆਤਮਿਕ ਸਰੂਪ ਨੂੰ। ਅਤੇ ਬਾਬਿਆਂ ਨੂੰ ਪੁੱਛੋ ਵੀ ਗੁਰੂ ਨਾਨਕ ਸਾਹਿਬ ਨੂੰ ਪੰਜੀਰੀ ਤਾਂ ਛਕਾਤੀ, ਬਾਕੀ ਦੇ ਮਹਾਂਪੁਰਖ ਤਾਂ ਭੁੱਖੇ ਰਹਿੰਦੇ ਹੋਣਗੇ। ਬੋਲੋ ਸਤਨਾਮ। ਰਵਿਦਾਸ ਜੀ ਨੂੰ ਕਾਹਤੇ ਨਹੀਂ ਛਕਾਈ, ਵੀ ਚਮਾਰਾਂ ਦੇ ਘਰ ਦਾ ਜਨਮ ਹੈ ਨਾ, ਇਹਦਾ ਮੈਂ ਤੁਹਾਡੀ ਜਾਤੀਵਾਦ ਹੈ। ਭਗਤ ਨਾਮਦੇਵ ਜੀ ਮਹਾਰਾਜ ਨੂੰ ਕਿਉਂ ਨਹੀਂ ਛਕਾਈ ਪੰਜੀਰੀ, ਬਾਕੀ ਦੇ ਭੁੱਖੇ ਰਹਿੰਦੇ ਹੋਣਗੇ। ਫਿਰ ਸਰੀਰ ਤਾਂ ਵੱਖ-ਵੱਖ ਹੈ, ਦੂਜੇ ਪਾਤਸ਼ਾਹ ਜੀ ਨੂੰ ਕਿਉਂ ਨਹੀਂ ਛਕਾਈ, ਸਰੀਰ ਤਾਂ ਵੱਖ-ਵੱਖ ਹੈ। ਜੋ ਤਿੱਖ ਹੈ ਤਾਂ ਅਮਰਦਾਸ ਪੁੱਛੋ ਬਾਕੀਆਂ ਨੂੰ ਪੰਜੀਰੀ ਕਿਉਂ ਨਹੀਂ ਖਵਾਈ, ਹੈ ਜਵਾਬ ਕਿਸੇ ਕੋਲ ਲਿਆਇਓ। ਸੋਚੋ ਜਰਾ, ਪਤਾ ਨਹੀਂ ਕੀ ਢੌਂਗ ਰਚੇ ਨੇ ਇਹ ਭੋਗ ਦੇ ਨਾਂ ਦੇ ਉੱਤੇ। ਅਤੇ ਉਹੀ ਗੱਲ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਵੀ ਮੂਰਤੀਆਂ ਵਾਲਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਗਿਆਨ ਸਰੂਪ ਸਤਿਗੁਰੂ ਹੈ, ਅਸੀਂ ਗਿਆਨ ਪ੍ਰਾਪਤ ਕਰਨਾ ਹੈ, ਪਰ ਅੱਜ ਉਹੀ ਯਾਨੀ ਕਿ ਮੂਰਤੀਆਂ ਵਾਲਾ, ਜਿਵੇਂ ਬਾਣੀ 'ਚ ਲਿਖਿਆ ਨਾ, ਭਾਤ ਪਹਿਤ ਅਰ ਲਾਪਸੀ ਕਰਕਰਾ ਕਾ ਸਾਰ, ਭੋਗਣ ਹਾਰੇ ਭੋਗਿਆ ਸਮੂਰਤ ਕੇ ਮੁੱਖ ਸ਼ਾਰ। ਪੁਜਾਰੀ ਕੀ ਕਰਦਾ, ਮੂਰਤੀ ਦੇ ਅੱਗੇ ਰੱਖ ਕੇ ਕਹਿੰਦੇ ਅੱਜ ਠਾਕਰਾਂ ਨੇ ਕਹਿੰਦੇ ਦਾਲ ਚੌਲ ਦਾ ਭੋਗ ਲਾਉਣਾ, ਕਿਉਂ ਜੇ ਅੱਜ ਦਾਲ ਚਾਵਲ ਦੀ ਲੋੜ ਹੈ। ਜੇ ਪੰਜੀਰੀ ਛਕਣ ਨੂੰ ਜੀ ਕਰਦਾ, ਕਹਿੰਦੇ ਬਈ ਠਾਕਰਾਂ ਨੂੰ ਪੰਜੀਰੀ ਦਾ ਭੋਗ ਲੱਗਣਾ, ਜੇ ਪੰਜੀਰੀ ਦਾ ਸੁੱਕ ਬਰੋੜੀ ਪੰਜੀਰੀ। ਜੇ ਪ੍ਰਸ਼ਾਦ ਛਕਣ ਦਾ ਕਹਿੰਦੇ ਲਾਪਸੀ ਲੱਪੀ ਦਾ, ਕਹਿੰਦੇ ਪਤਲਾ ਜਿਹਾ ਪ੍ਰਸ਼ਾਦ ਬਣਾ ਕੇ ਲਿਆਓ, ਕੜਾਹ ਪ੍ਰਸ਼ਾਦ, ਕਹਿੰਦੇ ਉਹ ਠਾਕਰ ਅੱਜ ਛਕਣਗੇ। ਅਤੇ ਬਾਣੀ 'ਚ ਕੀ ਲਿਖਿਆ, ਕਹਿੰਦੇ ਚੀਜ਼ਾਂ ਮੂਰਤੀ ਮੂਹਰੇ ਰੱਖ ਕੇ ਬਸ ਉਹਦੇ ਮੂੰਹ ਜੇ 'ਤੇ ਲਾ ਦਿੰਦਾ ਮਾੜਾ ਜਿਹਾ ਲੋਕਾਂ ਸਾਹਮਣੇ, ਮਗਰੋਂ ਤਾਂ ਉਹ ਸਾਰੀਆਂ ਚੀਜ਼ਾਂ ਪੁਜਾਰੀ ਆਪ ਹੀ ਖਾ ਜਾਂਦਾ। ਲਿਖਿਆ ਨਾ ਬਾਣੀ 'ਚ, ਭੋਗਣ ਹਾਰੇ ਭੋਗਿਆ ਸਮੂਰਤ ਕੇ ਮੁੱਖ ਸ਼ਾਰ। ਲੋਕਾਂ ਦੇ ਸਾਹਮਣੇ ਤਾਂ ਉਹ ਚੀਜ਼ਾਂ ਮੂੰਹ ਨੂੰ ਲਾ ਦਿੰਦਾ, ਪੰਜੀਰੀ ਲੱਪੀ ਆਦਿਕ, ਜੋ ਲੋਕ ਚਲੇ ਜਾਂਦੇ ਹੈ। ਬਾਣੀ 'ਚ ਲਿਖਿਆ ਸਮੂਰਤ ਕੇ ਮੁੱਖ ਸ਼ਾਰ, ਕਹਿੰਦੇ ਮੂਰਤੀ ਦੇ ਮੁੱਖ 'ਤੇ ਸਵਾਹ ਲਾ ਕੇ ਪੂੰਝ ਦਿੰਦਾ ਵੀ ਕੀੜੀਆਂ ਨਹੀਂ ਚੜ੍ਹਨਗੀਆਂ। ਬੋਲੋ ਸਤਨਾਮ। ਇੱਦਾਂ ਵੀ ਕਰਦਾ ਇਹ ਬਾਣੀ ਦਾ ਗਿਆਨ। ਅਤੇ ਅੱਜ ਕੀ, ਅੱਜ ਗੁਰੂ ਨਾਨਕ ਸਾਹਿਬ ਦੀ ਫੋਟੋ ਅੱਗੇ ਥਾਲੇ ਰੱਖ ਕੇ ਬ੍ਰੇਕਫਾਸਟ ਕਰਾਉਣੇ ਹੈ, ਡਿਨਰ ਕਰਾਉਣੇ, ਲੰਚ, ਅਤੇ ਉਹ ਥਾਲਾ ਗੇੜਾ ਗੂੜਾ ਖਾ ਕੇ ਬਾਬਿਆਂ ਦੇ ਕਮਰੇ 'ਚ ਪਹੁੰਚ ਜਾਂਦਾ ਹੈ। ਬੋਲੋ ਸਤਨਾਮ। ਕਿੱਥੇ ਜਾਂਦਾ ਥਾਲਾ, ਉਹ ਬਾਬਿਆਂ ਦੇ ਕਮਰਿਆਂ 'ਚ। ਬ੍ਰੇਕਫਾਸਟ ਤਾਂ ਮੈਂ ਕਰਨਾ ਹੈ, ਚਲੋ ਬ੍ਰੇਕਫਾਸਟ ਆਪਾਂ ਸਾਰੇ ਹੀ ਕਰਦੇ ਹਾਂ, ਢੌਂਗ ਰਚਣ ਦੀ ਕੀ ਲੋੜ ਹੈ, ਪਰ ਰੱਖ ਕੇ ਦੇਖੋ, ਸੋਚੋ ਜਰਾ। ਇਸ ਕਰਕੇ ਇੱਦਾਂ ਇਹ ਭੋਗ ਲਾਉਣ ਦੇ ਢੌਂਗ ਦੇ ਉੱਤੇ ਬੜਾ ਪਖੰਡ ਚੱਲਦਾ ਹੈ। ਗੁਰੂ ਨਾਨਕ ਸਾਹਿਬ ਪੰਜੀਰੀ ਛਕਦੇ ਆ ਜੀ, ਇਹ ਕਰਤਾਂ 'ਤੇ ਸੁਚੇਤ ਹੋਣਾ। ਅਸੀਂ ਪ੍ਰਸ਼ਾਦ ਦੇ ਪਿੱਛੇ ਭਾਵਨਾ ਨੂੰ ਕਾਇਮ ਰੱਖੋ, ਰੱਬ ਜੀ ਦਾ ਨਾਂ ਲੈ ਕੇ ਵੰਡ ਕੇ ਛਕਣਾ ਸਿੱਖ ਜਾਈਏ। ਕੇਵਲ ਕੜਾਹ ਪ੍ਰਸ਼ਾਦ ਦਰ ਪ੍ਰਵਾਨ। ਚੋ ਨੁਕਤੇ ਤਾਂ ਹੋਰ ਵੀ ਬਹੁਤ ਜ਼ਿਆਦਾ ਨੇ ਗੁਰਦੁਆਰਾ ਸੰਸਥਾ 'ਤੇ, ਪਰ ਹੁਣ ਸਮਾਂ ਕਾਫੀ ਹੋ ਗਿਆ, ਕਿਉਂ ਆਪ ਜੀ ਨੇ ਕੰਮਾਂ ਕਾਰਾਂ 'ਤੇ ਵੀ ਜਾਣਾ, ਵੀਕਡੇ ਹੈ। ਇਸ ਕਰਕੇ ਆਪਾਂ 6 ਪੌੜੀਆਂ ਆਨੰਦ ਸਾਹਿਬ ਪੜ੍ਹ ਸਮਾਪਤੀ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸੈ ਕਿਜ ਸੇਤੀ ਮਨ ਬਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਦੂਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਾਵੇ ਵਿਸਾਰਨਾ। ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ। ਤੇਰਾ ਸਭ ਕਿਛ ਹੈ ਜਿਸ ਦੀ ਤੂੰ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਜਿਨ ਕੈ ਮਨ ਵਸਿਆ ਵਾਜੀ ਕਬ ਦੁਖ ਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ। ਮੇਰਾ ਦਾਰੂ ਸਾਜਨਾ ਪਿਆ ਦਾਰ, ਮੇਰਾ ਜਿਣ ਭੁੱਖਾ ਸਭ ਗਵਾ।
ਜਾਈਆਂ। ਕੁਰਬਾਨ ਕੀਤਾ ਗੁਰ ਬਿਟਹੁ ਜਿਸ ਦੀਆਂ ਇਹ ਵਡਿਆਈਆਂ। ਕਾਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ। ਮੇਰਾ ਆਧਾਰੁ ਬਾਜੇ ਪੰਚ ਸ਼ਬਦ ਤਿਤ ਕਾਰ ਸਭਾਗੈ। ਕਾਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ। ਤੋਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਨਾਨਕ ਤਹਿ ਸੁਖ ਹੋਆ ਤਿਤ ਘਰ ਅਣਹਦ ਵਾਜੇ। ਆਨੰਦ ਸੁਣੋ ਵਾੜ ਭਾਗੀ ਹੋ ਸਗਲ ਮਨੋਰਥ ਪੂਰੇ। ਭਵ ਪਾਇਆ ਉਤਰੀ ਸਗਲ ਬਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਬਾਜਣ ਪਏ ਸਰਾਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਾਰ ਪੂਰੇ। ਨਾਨਕ ਗੁਰ ਚਰਨ ਲਾਗੇ ਬਾਜੀ ਅਣਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ। ਸੰਗਤਾਂ ਦਾ ਧੰਨਵਾਦ ਬੜੇ ਪਿਆਰ ਦੇ ਨਾਲ ਸੁਣਿਆ ਹੈ। ਸੋ ਕੱਲ੍ਹ ਨੂੰ ਸ਼ਾਮਾਂ ਦੇ ਦੀਵਾਨ ਦੇ ਵਿੱਚ ਕਰਦਰਜ ਵਿਖੇ ਹਾਜ਼ਰੀ ਭਰਾਂਗੇ। ਸੰਗਤਾਂ ਲਾਹਾ ਲੈ ਸਕਦੀਆਂ। ਇਸ ਗੁਰਦੁਆਰਾ ਸਾਹਿਬ ਦੀ ਸਟੇਜ 'ਤੇ 9 ਤੇ 10 ਤਰੀਕ ਨੂੰ ਦੀਵਾਨ ਲੱਗਣੇ। ਪਹਿਲਾਂ ਸੈਮੀਨਾਰ ਹੋਣਾ ਨਾਨਕਸ਼ਾਹੀ ਕੈਲੰਡਰ ਦੇ ਸੰਬੰਧ ਵਿੱਚ 7 ਤੋਂ 8 ਕਥਾ, ਅਤੇ 10 ਤਰੀਕ ਨੂੰ ਫਿਰ ਇਸ ਸਟੇਜ 'ਤੇ ਹਾਜ਼ਰੀ ਭਰਾਂਗੇ। ਬਾਕੀ ਆਸੇ-ਪਾਸੇ ਗੁਰੂ ਘਰਾਂ ਦੇ ਵਿੱਚ ਜਿੱਥੇ ਜਿੱਥੇ ਵੀ ਪ੍ਰੋਗਰਾਮ ਹੈ ਆਪ ਜੀ ਨੇ ਪਤਾ ਕਰ ਲੈਣਾ, ਤਾਂ ਕਿ ਵੱਧ ਤੋਂ ਵੱਧ ਸੰਗਤਾਂ ਗੁਰਬਾਣੀ ਦੇ ਗਿਆਨ ਦਾ ਲਾਹਾ ਪ੍ਰਾਪਤ ਕਰ ਸਕਣ।